ਸਾਡੇ ਮਨਾਂ ਦੇ ਵਿੱਚ ਵੀ ਲਿਟਰੇਚਰ ਦੇ ਨਾਲ ਗੀਤਕਾਰੀ ਵਾਲਾ ਸਫ਼ਰ ਜਿਹੜਾ ਉਹ ਕਦੋਂ ਸ਼ੁਰੂ ਹੋਇਆ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ 1998 ਵਿੱਚ ਤੁਸੀਂ ਸ਼ੁਰੂਆਤ ਕੀਤੀ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਬਹੁਤ ਧਿਆਨ ਦੇ ਨਾਲ ਬਹੁਤ ਬਰੀਕੀ ਨਾਲ ਸੁਣੀਦਾ। ਕਈ ਗੱਲਾਂ ਬਹੁਤ ਸੂਰਮਾ ਹੁੰਦੀਆਂ ਜਾਂ ਥੋੜੇ ਹੱਥ ਪਾਸ ਦੀ ਕਿਤਾਬ ਦੇਖੀ ਹੋਈ ਹੈ ਜਿਹੜੀ ਕਿ ਅਕਸਰ ਸਾਡੇ ਫਨਕਾਰਾਂ ਦੇ ਹੱਥ ਮੈਂ ਕਦੇ ਦੇਖੀ ਨਹੀਂ। ਸੋ ਉਹ ਲਿਟਰੇਚਰ ਤੇ ਗੀਤਕਾਰੀ ਤੇ ਉਸ ਤੋਂ ਬਾਅਦ ਫਿਲਮਾਂ ਤੱਕ ਦਾ ਸਫ਼ਰ ਉਹ ਬਰੀਕੀ ਮੈਂ ਜਾਣਨਾ ਚਾਹੁੰਦਾ, ਕਿਉਂਕਿ ਸਾਡੀਆਂ ਫਿਲਮਾਂ ਦੇ ਵਿੱਚੋਂ ਤੇ ਗੀਤਾਂ ਦੇ ਵਿੱਚੋਂ ਨਾਰਮਲੀ ਸਾਹਿਤ ਜਿਹੜਾ ਉਹ ਹੁੰਦਾ, ਪਰ ਪ੍ਰਭੂ ਮਾਨ ਨੇ ਕ੍ਰੈਡਿਟ ਜਾਂਦਾ ਕਿ ਜਿਹਨੇ ਸਾਹਿਤ ਨੂੰ ਫਿਲਮਾਂ ਦੇ ਵਿੱਚ ਵੀ ਬਰਾਬਰ ਲਿਆਂਦਾ, ਗੀਤਕਾਰੀ ਦੇ ਵਿੱਚ ਵੀ ਬਰਾਬਰ ਲਿਆਂਦਾ। ਇਹ ਜਰਨੀ ਜਿਹੜੀ ਆ ਇਹ ਕਿੱਥੋਂ ਸ਼ੁਰੂ ਹੋਈ ਸੀ? ਇਹ ਲੰਬਾ ਸਵਾਲ ਹੈ, ਇਹ ਵੇਲੇ ਕਰਨਾ ਪੜ੍ਹਨਾ ਇਹ ਜ਼ਰੂਰੀ ਨਹੀਂ ਕਿ ਕਿਤਾਬ ਹੀ ਪੜ੍ਹੀ ਜਾਵੇ। ਜੇ ਤੁਸੀਂ ਰੋਜ਼ ਸਵੇਰੇ ਅਖਬਾਰ ਵੀ ਪੜ੍ਹ ਲਓ ਉਹ ਵੀ ਬੜਾ ਫਾਇਦੇਮੰਦ ਹੁੰਦਾ। ਜਿਹੜੇ ਲਿਫਾਫੇ 'ਚ ਆਪਾਂ ਪਿੰਡਾਂ 'ਚ ਜਦੋਂ ਰਹਿੰਦੇ ਹਾਂ, ਤੁਸੀਂ ਸ਼ਾਇਦ ਪਿੰਡਾਂ 'ਚ ਰਹੇ ਹੋ, ਜਦੋਂ ਆਪਾਂ ਦਾਲ ਲਾਚੀ ਦਾ ਲੈਂਦੇ ਹਾਂ ਕੋਈ ਪੇਪਰ 'ਚ ਲਪੇਟ ਕੇ ਦੇ ਦਿੰਦਾ ਸੀ, ਉਹ ਖਾ ਕੇ ਮੈਂ ਅਖਬਾਰ ਪੜ੍ਹ ਲੱਗ ਜਾਂਦਾ ਸੀ ਜੋ ਵੀ ਕੁਛ ਖਬਰ ਹੁੰਦੀ ਸੀ, ਇਹੀ ਪੜ੍ਹ ਦੀ ਚਾਹੀਦਾ। ਤੇ ਹੌਲੀ ਹੌਲੀ ਜਿਵੇਂ ਜਿਵੇਂ ਤੁਸੀਂ ਕਿਤਾਬਾਂ ਪੜ੍ਹਦੇ ਜਾਂਦੇ ਹੋ, ਇਹ ਚੀਜ਼ਾਂ ਬੜੀਆਂ ਮਨ ਸੁਲਝੀਆਂ ਹੁੰਦੀਆਂ ਤੁਹਾਡੀ ਜ਼ਿੰਦਗੀ 'ਚ, ਤੁਸੀਂ ਉਹਨੂੰ ਲੱਭਦੇ ਪੜ੍ਹਨ ਲੱਗ ਜਾਂਦੇ। ਦੋ ਤਰ੍ਹਾਂ ਦੀ ਮਤ ਹੁੰਦੀ ਹੈ। ਆਮ ਤੌਰ ਤੇ ਆਪਾਂ ਪਿੰਡਾਂ 'ਚ ਰਹਿੰਦੇ ਹਾਂ, ਇੱਕ ਮਤ ਹੁੰਦੀ ਹੈ ਧਾਰਮਿਕ ਮਤ। ਜਿਹੜੇ ਧਾਰਮਿਕ ਮਤ ਵਾਲੇ ਉਹ ਧਾਰਮਿਕ ਕਿਤਾਬਾਂ ਨੂੰ ਤਰਜੀਹ ਦਿੰਦੇ ਨੇ। ਜਿਹੜੇ ਬਹੁਤ ਜ਼ਿਆਦਾ ਧਾਰਮਿਕ ਖਿਆਲਾਂ ਦੇ ਨਹੀਂ ਹੁੰਦੇ ਫਿਰ ਉਹ ਬਾਕੀ ਲਿਟਰੇਚਰ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ। ਸੋ ਇੱਦਾਂ ਹੀ ਮੇਰਾ ਹੌਲੀ ਹੌਲੀ ਸਫ਼ਰ ਸ਼ੁਰੂ ਹੁੰਦਾ ਹੈ ਪੜ੍ਹਨਾ। ਕੋਈ ਵੀ ਕਿਤਾਬ ਪੜ੍ਹ ਜਾਵੇ, वर्ल्ड हिस्ट्री की किसी की कोई जीवनी हो गई, कोई इटालियन राइटर है या कोई सोक्रात में बड़ा चंगा लग रहा है तो कोई पढ़ जाए। पीछे जो मैं एक नवी बुक पढ़ा कि पढ़ी चाइना ने कहानी है, वो किसी सब्जेक्ट पंजाबी से अनुवाद करे, वो एक ही पढ़ने का तरीका है कि बचपन तो शौक ही होता है तो पढ़ना पड़ता ज़्यादा पढ़ना नहीं, बशर्ते कि थोड़े को वक्त हो जो तुम पेशे जाए तो वक्त कटना करना शायद मैं वक्त करना है इसको पढ़ना। बहुत शुक्रिया, बहुत धन्यवाद जी। ਤੇ ਗਰੁੱਪ ਪੰਜਾਬੀ ਸਮਾਚਾਰ ਤੋਂ ਵੀ ਅਮਰਜੀਤ ਸਿੰਘ ਦਾ ਮੈਂ ਪਾਸ ਆਨ ਕਰਦਾ। ਸਤਿ ਸ਼੍ਰੀ ਅਕਾਲ ਜੀ। ਬੈਠੋ ਮੈਂ ਤੁਹਾਨੂੰ ਪੁੱਛਣਾ ਕਿ ਤੁਸੀਂ ਜਦੋਂ ਆਪਣੇ ਨੌਵੇਂ ਵਿਸ਼ੇ ਤੋਂ ਫੋਨ ਕਰਦੇ ਹੋ ਜਾਂ ਗਾਣੇ ਕੋਈ ਸੁਣਦੇ ਹੋ ਕਿ ਦਿਮਾਗ 'ਚ ਆਪਣੀ ਜਹਿਨ ਸਾਥੀ ਕਰਦੇ ਹੋ, ਤੇ ਦੂਜਾ ਹੈ ਕਿ ਤੁਸੀਂ ਅੱਜ ਦੇ ਔਰ ਆਪਣੇ ਪਹਿਲੇ ਗਾਣਿਆਂ 'ਚ ਕੀ ਫਰਕ ਸੀ? गाना जो क्रिएटिव वाला कभी सोचते नहीं, जो सोच के लिखो फिर उसको ये गाने करूँगा, फिर वो गाने की लहर भी को होगी, कंपोजिशन भी को होगी, शब्द भी बढ़ते होंगे, क्योंकि वो सोच के लिखता है कि मैं इतना लिखना है। सो मैं नॉर्मली कभी ये सोच के लिखता है ना, मैं मुझे शौक है कि सारे गाने डी के जोड़ना। मेरा लिखने का मतलब होता है कि शब्द की है उधर स्क्रीन प्ले किया गाना की लिख सकते हैं, यही तरीका होता है। एक सब्जेक्ट पे इको गीत देखा जा सकता है, मसलन बरसात है मैं कोई गाना लिखता है तो लिख लिया, फिर मैं लगता है मैं दिन गाने की, हालांकि मैं बरसात है बहुत गाने लिखे। तो मेरा जो बेसिकली शौक है कि मैं अलग अलग लिखा, हर बार चेंज हो सब्जेक्ट। बाकी बढ़िया कुछ नहीं होता, जब आदमी कॉलेज होता है चढ़ी हो गई, जिस तरह का संगीत होता है दिमाग फंस जाता है, फिर वो बेस्ट लगता है क्योंकि थोड़ा वो टाइम ਜਿਹੜਾ ਹੁੰਦਾ ਗੋਲਡਨ ਪੀਰੀਅਡ ਦੀ ਤੁਸੀਂ ਕਹਿੰਦੇ। तो शायद ये भी सुनना नहीं मैं लगता कि वो गीत बढ़िया सी ये भी बढ़िया, पर जे ਤੁਸੀਂ आलोचनात्मक पक्ष को देखो फिर थोड़ा लगो नहीं ये चीज गल है। सो हर इंसान का अपना तस्वर होता है, कुछ चीजें बच जाती हैं उन्होंने करना होता है। मसलन जैसे मान की कली हो गया मान की क्या डाल हुआ, तो ये थॉट होता है जिस तरह ਤੁਸੀਂ सोना चाहते हो उस तरह नहीं करना है। बहुत मेहरबानी सही पहला दिन पूछना था सेमिनार जी कितना बहुत बढ़िया है। बाबू भगवान जी पहला तो ਤੁਹਾਡਾ बहुत स्वागत, ਧੰਨਵਾਦ। मैं ਤੁਹਾਡਾ बहुत ਵੱਡਾ फैन ਇਸ ਕਰਕੇ ਤੇ ਦੋ ਤੁਹਾਡੀ ਕਾਲਮ ਦੇ ਵਿੱਚ ਨਾਮ ਹੈ जो ਤੁਸੀਂ ਸਮਾਜਿਕ ਤਰੀਕੇ ਦੇ ਉੱਤੇ ਲਿਖਦੇ ਹੋ ਤੇ ਤੁਹਾਡੇ ਗੀਤਾਂ ਦੇ ਵਿੱਚ ਜੋ ਅਲਫਾਜ਼ ਹੈ
ਉਹ ਸ਼ਾਇਦ ਆਮ ਗੀਤਕਾਰਾਂ ਤੇ ਜਿਹੜੇ ਆਮ ਜਿਹੜੇ ਮਤਲਬ ਗਾਇਕ ਨੇ ਉਹਨਾਂ ਦੇ ਵਿੱਚ ਨਹੀਂ ਹੁੰਦੇ। ਜੋ ਤੁਸੀਂ ਸਮਾਜਿਕ ਪੱਖ ਨੂੰ ਲੈ ਕੇ ਉਜਾਗਰ ਕਰਦੇ ਹੋ ਆਪਣੇ ਗੀਤਾਂ ਦੇ ਵਿੱਚ, ਉਹ ਤੁਹਾਡੀ ਜਿਹੜੀ ਬਹੁਪੱਖੀ ਸ਼ਖਸੀਅਤ ਹੈ ਉਸ ਨੂੰ ਦਰਸਾਉਂਦੇ ਨੇ। ਤੇ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਵੀ ਤੁਸੀਂ ਇਹ ਕਿੱਥੋਂ ਚੇਤਨਾ ਤੁਹਾਨੂੰ ਲੱਗੀ ਕਿ ਸਮਾਜਿਕ ਜਿਹੜੀ ਚੇਤਨਾ ਹੈ ਕਿਸੇ ਵੀ ਸਮਾਜ ਨੂੰ ਨਵੇਂ ਸਿਰਜਣ ਦੀ ਉਹ ਆਮ ਲੋਕਾਂ ਦੇ ਵਿੱਚ ਬਹੁਤ ਘੱਟ ਹੁੰਦੀ ਹੈ। ਤੇ ਤੁਸੀਂ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਬਾਖੂਬੀ ਇਸ ਗੱਲ ਦੀ ਲੇਖਕ ਤੇ ਗਾਇਕ 'ਚ ਇੱਕ ਫਰਕ ਹੈ ਜਿਹੜਾ ਆਪਾਂ ਜਦੋਂ ਨਿੱਜੀ ਜ਼ਿੰਦਗੀ 'ਚ ਵਿਚਰਦੇ ਹਾਂ ਆਪਾਂ ਨੂੰ ਸ਼ਾਇਦ ਪਤਾ ਨਹੀਂ ਲੱਗਦਾ, ਕਿਉਂਕਿ ਇਹ ਪੂਰੀ ਦੁਨੀਆ ਹੀਰੋ ਵਰਸ਼ਿਪ ਹੈ। मान लो टॉम क्रूज है, वो हीरो है, सिल्वेस्टर हीरो है, लेकिन उसके पीछे 100 बंदा काम कर रहा है, उन्हें नाम नहीं पता। किसी पुरानी कहानी पढ़ोगे हीरो जीत जाता है, विलन हार जाता है। सो जो कोई गायक पर्दे से फेस आप जिधर फ्रंट फेस होना है, वो लोगों को लग जाएगी कमाल। असल जो होता है वो खाली स्लेट है, गायक से खाली स्लेट से जो भी लिख लो वो फाइनल होता है, वो कोई ब्रेक नहीं होता। इस करके किसी गायक को ये कैटेगरी गिरना कि वो समाज के लिए लिखूंगा या उनकी बुद्धि बड़ी सोशल होगी, हो नहीं सकता क्योंकि फ्लैट है, उनकी मेमोरी नहीं, उनको जो मेमोरी उन्होंने डाला है उन्हें का पी के मालूम है चार सुगाने की लाइफ नहीं हो जो क्रिएटिव आदमी है ये वो आप लेके उन्होंने कोई हक होता है कि वो जो मर्जी लिखे जो मर्जी गा क्योंकि वो किसी भी चीज़ पे गा सकता है। और वो समाजिक गीत गाने की बड़ी दलेरी की लोड़ है तो बहुत अड़ के गए हैं। सो हर बंदा इतना नहीं सोचता हूँ, मैं लगा कि मैं अपना प्रोग्राम लाऊंगा वैसे आऊँ तो मैं गड्ढे में मिलाऊँ कपड़े में मिलाऊँ। सो इस तरह की सोच बहुत घट लोगों को होती है। वो क्रिएटिव जोड़े होते हो हमेशा सोचते हैं गरीब है जोड़ा गाना है बेसिकली वो मीरा ने दर्ज देना चाहिए है क्योंकि वो तो थोड़ा कैसे बने बट उसके अंदर भी गल होगी हमेशा गरीब भी कर देते हक के साथ। तो लेखक का फर्क भी है किसी कमर्शियल भी गाओ बट कितने लिखते लिखते लिख दो जो आम बंदे की जिंदगी में चलता है शायद यही चीज़ थोड़े लिए पागलपन जो कहने फैन क्रेजी हो वही वजह होती है कि उन्होंने लग रहा है कि साढ़े मतलब कहना शायद यही वजह। सच का स्वागत है न्यूजीलैंड के अवार्ड जी ਤੇ ਥੈਂਕਸ ਕਰਾਂਗਾ ਪਾਸਪੋਰਟ ਐਕਸ਼ਨ ਦਾ ਵੀ ਜਿਹਨਾਂ ਦੀ ਬਦੌਲਤ ਤੁਸੀਂ ਅੱਜ ਸਾਡੇ ਰਿਸ਼ਤੇਦਾਰ ਤੇ 6 ਸਾਲ ਦਾ ਕਾਫੀ ਲੰਮਾ ਸਮਾਂ ਪਾਤਾ ਹੈ ਤੁਸੀਂ ਨਿਊਜ਼ੀਲੈਂਡ ਆਉਣ ਹਾਂਜੀ ਤੇ ਆਸਟ੍ਰੇਲੀਆ ਚ ਤੁਹਾਡੇ ਕਾਫੀ ਟੂਰ ਸੀਗੇ ਜਿਹੜੇ 6 ਸਾਲ ਦੇ ਵਿੱਚ पिछले हाँ ऑस्ट्रेलिया 2 बार आ लेगा तो वजह से वो गाड़ी से इतना 2 प्रमोटर होने का अंतरराष्ट्रीय प्रमोटर नेशनल प्रमोटर इन्होंने जो टर्मा की मेरी है फिर शायद सालाना वक्त पता चलता है पाल दिया टर्मा मिलियन होने पहले शायद ਤੇ ਮਤਲਬ ਆਕਲੈਂਡ ਦੇ ਦਾ ਟਾਈਮ ਲੱਗ ਗਿਆ ਹੈ ਆਉਣ ਪ੍ਰਮੋਟਰ ਨਹੀਂ ਸਾਥ ਦੇ ਸੀ ਕਿ ਤੁਹਾਡੇ ਪਹੁੰਚ ਦੀ ਕਾਰਨ ਸੀ ਕਿ ਜਦ ਹੋਰ ਵੀ पिछली बार भी ऐसे आपने कमाल उत्थे कमिटेड सी वो मैं अपनी बहुत जिंदगी दोस्तों से सहाय करती पिछली बार जो टूर सी वो मेरे बड़े प्यारे मित्र ने कहा भाई जाना मैं चल जाना भज के जाना 20 दिन जो खाली सोने ले तो शायद ये भी वजह तो मेरा अगर दोस्तियों 50% कट करना हो गए कम करना ਤੇ ਜੋ ਕਾਫੀ ਸਾਊਂਡ ਆਊਟ ਤਕਰੀਬਨ ਹੈ ਤੇ ਮੈਨੂੰ ਲੱਗਦਾ ਕਿ ਛੋਟੇ ਇਦਾਂ ਦੇ ਰਹਿਣਗੇ ਜਿਹੜਾ अगर भी प्रमोटर नहीं कहना था लोकल प्रमोटर सही दाद में ठेका ले गया फिर अगली बार तुझे पैसे मत मांग रहा तो ये दसना नहीं पाल में मौके से दस ਖਬਰ ਸਮਝ ਆਵਾਂਗੇ ਤੁਸੀਂ ਜਲਦੀ ਜਿਹੜਾ ਬਾਹਰ ਫਿਰ ਬਾਅਦ कहते रहना ना साहब ਇਹ ਤਾਂ ਬਹੁਤ ਜਗ੍ਹਾ ਕਰ ਦਿੱਤੀ ਠੀਕ ਹੈ ਥੈਂਕ ਯੂ जी मेरा सवाल ये है कि ਤੁਹਾਡਾ ਜਿਹੜਾ ਸਵਾਲ ਹੈ ਬਹੁਤ ਅਪਫਰੰਟ ਹੈ ਚਾਹੇ ਤੁਹਾਡਾ ਕੋਈ ਦੋਸਤ ਹੋਵੇ ਚਾਹੇ ਕੋਈ ਦੁਸ਼ਮਣ ਹੋਵੇ ਜਿਹੜਾ ਵੀ ਹੋਵੇ ਉਹਦੇ ਨਾਲ ਤੁਸੀਂ ਬੜੇ ਅਪਫਰੰਟ ਰਹਿੰਦੇ ਹੋ ਜੇ ਸਾਥ ਦੇਣਾ ਤਾਂ ਦੇਣਾ ਨਹੀਂ ਦੇਣਾ ਤਾਂ ਕਰਨਾ ਹੀ ਹੈ। ਇਹ ਐਟੀਟਿਊਡ ਤੁਹਾਡਾ ਸਿੰਗਰ ਬਣਨ ਤੋਂ ਜਾਂ ਮਿਊਜ਼ਿਕ ਇੰਡਸਟਰੀ ਆਉਣ ਤੋਂ ਪਹਿਲਾਂ ਸੀ ਜਾਂ ਇਸ ਤੋਂ ਬਾਅਦ? दरअसल मैं सिंगर ही रहेगा सीधी गल सिंगिंग में मैं बाइक जिधर लक में आ गया फंसा तो और कमा सी उड़ जा शौक बहुत सी बचपन तो ये असूल मैं अपने घर दे तो सीखे शायद मेरे पिताजी को कि या तुसी दो चेहरे नहीं होने चाहिए या है या नहीं या तुसी दोस्त है या नहीं बीच विचार खतरनाक है
ਸਾਡੀ ਕਮਿਊਨਿਟੀ ਦਾ ਪਿੱਛੇ ਜਾਣ ਦੀ ਇਹੀ ਵਜ੍ਹਾ ਹੈ। ਇੱਕ ਕੰਮ ਕਰਦਾ ਦੂਜਾ ਰਾਤ ਤੋਂ ਕਰਦਾ, ਰਾਤ ਨੂੰ ਇਹ ਚੁਗਲੀਆਂ ਸ਼ੁਰੂ ਹੋ ਜਾਂਦੀਆਂ। ਸੋ ਮੈਂ ਇੱਕ ਗਾਣੇ 'ਚ ਲਿਖਿਆ ਸੀ ਕਿ ਚੁਗਲੀ ਦੇ ਵਿੱਚ ਨੰਬਰ 1 ਪੰਜਾਬੀ। ਸੋ ਆਪਾਂ ਕਈ ਵਾਰੀ ਆਪਣੀ ਮਹਾਨਤਾ ਦੇ ਟੋਕਰੇ ਭਰ ਕੇ ਸਿਰ ਤੇ ਚੁੱਕੀ ਹੋਈ ਹੈ, ਬਟ ਸਾਨੂੰ ਜਦੋਂ ਅਸੀਂ ਦੁਨੀਆ ਦੇ ਨਕਸ਼ੇ ਤੇ ਦੇਖਦੇ ਹਾਂ ਬਹੁਤ ਪਿੱਛੇ ਹਾਂ। ਅਸੀਂ ਸੱਭਿਅਕ ਹੋਣ ਦਾ ਦਾਅਵਾ ਕਰਦੇ ਹਾਂ ਪਰ ਅਸੀਂ ਉਹਨੇ ਸੱਭਿਅਕ ਨਹੀਂ। ਸਾਡੇ ਹਰ ਕੰਮ 'ਚ ਦਖਲ ਹੈ। ਤੁਸੀਂ ਅੰਗਰੇਜ਼ ਆਪਣੇ ਘਰੇ ਰਹਿੰਦੇ ਆ, ਰਜ ਕੇ ਸ਼ਰਾਬ ਪੀਂਦੇ ਆ, ਇਹ ਕਦੇ ਕਹਿੰਦੇ ਨਹੀਂ ਨਸ਼ਾ ਬਹੁਤ ਹੋ ਗਿਆ, ਸਾਡੇ ਉਹੀ ਭੂਖਾ ਮਾਰੀ ਜਾਂਦੇ। ਮੈਂ ਪਰਸੋਂ ਸਵਾਲ ਪੁੱਛਿਆ ਸੀ ਕਿ ਮੇਰਾ ਦਿੱਤਾ ਸੀ, ਕਹਿੰਦਾ ਪੰਜਾਬ 'ਚ ਨਸ਼ਾ ਵੀ ਹੋ ਸਕਦਾ, ਹੋ ਗਿਆ, ਵਾਟਰ ਸਟੇਟ ਹੋ ਵੀ ਸਕਦਾ। ਤੇ ਮੈਂ ਉਹਨੂੰ ਪੁੱਛਿਆ ਵੀ ਤੁਹਾਡੇ ਇੱਥੇ ਤਕਰੀਬਨ ਹਰ ਅੰਗਰੇਜ਼ ਤੇ ਉਹਦੀ ਵਾਈਫ ਸ਼ਰਾਬ ਪੀਂਦੇ ਆ? ਕਹਿੰਦਾ ਮੈਂ ਕਿਹਾ ਸਾਡੇ ਬਾਪੂ ਵੇਲੇ ਤਾਂ ਪੀਂਦੇ ਨਹੀਂ ਸੀ। ਉਹ ਇਸ ਕਰਕੇ ਇੱਕ ਰੌਲਾ ਕਰਦੇ ਆ। ਸੋ ਆਪਣੇ ਕੀ ਹੈ ਕਿ ਆਪਦੇ ਘਰ ਬੈਠ ਕੇ ਦੂਜੇ ਦੇ ਘਰ ਝਾਕਣ ਦੀ ਜਿਹੜੀ ਆਦਤ ਹੈ, ਜਦ ਤੱਕ ਇਹ ਜਾਦੀ ਨਹੀਂ ਅਸੀਂ ਸੱਭਿਅਕ ਨਹੀਂ ਹੋ ਸਕਦੇ। ਕੋਈ ਗੀਤ ਆ ਜਾਵੇ, ਕੋਈ ਚੀਜ਼ ਆ ਜਾਵੇ, ਉਹਦੇ 'ਚ ਟੰਗ ਫਸਾਉਣਾ ਕਿਸੇ ਨੇ ਮੁਖਾਲਫਤ ਬਹੁਤ ਹੈ। ਸ਼ਾਇਦ ਅਸੀਂ ਬਹੁਤ ਚੀਜ਼ਾਂ ਹਾਸਲ ਨਹੀਂ ਕਰ ਸਕਦੇ, ਪੰਜਾਬੀ ਲੋਕ ਨਹੀਂ ਕਰ ਸਕਦੇ ਸੀ ਜਿਸ ਤਰ੍ਹਾਂ ਦੀ ਸਾਡੇ ਕੈਪੈਸਿਟੀ ਸੀ, ਅਸੀਂ ਸ਼ਾਇਦ ਬਹੁਤ ਪਿੱਛੇ ਰਹੇ। ਸੋ ਉਹ ਇੱਦਾਂ ਦਾ ਹੋਵੇ ਕਿ ਸ਼ਾਇਦ ਜਿਹੜੀ ਨਵੀਂ ਜਨਰੇਸ਼ਨ ਉਹ ਬੜੀ ਡਿਫਰੈਂਟ ਹੈ। ਮਿਲਾ ਦੇ ਜਿਹੜੇ ਤੁਹਾਡੇ ਬੱਚੇ ਹੈ, ਤੁਸੀਂ ਉਹਨੂੰ ਕਹੋਗੇ ਵੀ ਬਾਹਰ ਕਹਿੰਦੇ ਜਾ ਕੇ ਵੀ ਪਾਪਾ ਘਰ ਨੇ, ਉਹ ਕਹੂਗਾ ਬਾਹਰ ਜਾ ਕੇ ਪਾਪਾ ਨੇ ਕਿਹਾ ਪਾਪਾ ਘਰ ਨਹੀਂ। ਸੋ ਹੌਲੀ ਹੌਲੀ ਮੈਨੂੰ ਲੱਗਦਾ ਕਿ ਸਭਿਅਕ ਹੋਣ ਵੱਲ ਜਾ ਰਹੇ हैं, बट ਇਹ ग्राउंड ਜਿਹੜਾ रूट्स ਜਦੋਂ ਸ਼ੁਰੂ ਹੋ ਜਾਂਦੇ ਬੱਚਿਆਂ ਤੋਂ ਫਿਰ ਇਹ ਪਾਠ ਪੜਾਇਆ ਜਾਂਦਾ ਜੀ। ਤੁਹਾਡੀ ਫਿਲਾਸਫੀ ਯੰਗਸਟਰਸ ਨੂੰ ਬਹੁਤ ਇੰਸਪਾਇਰ ਕਰਦੀ ਹੈ। ਮੇਰਾ ਖਿਆਲ ਹੈ ਸਾਰੀ ਪੰਜਾਬੀ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਇੰਸਪਾਇਰ ਕਰਦੀ ਹੈ। ਤੇ ਜੇ ਐਨਆਰਆਈ ਸਾਡੇ ਇੱਥੇ ਨੇ ਪੰਜਾਬੀ, ਉਹਨਾਂ ਵਾਸਤੇ ਤੁਹਾਡਾ ਕੀ ਮੈਸੇਜ ਹੈ? ਮੈਂ ਤਾਂ ਮੈਸੇਜ ਪੜ੍ਹੇ ਲਿਖੇ ਤੁਸੀਂ ਫੇਸਬੁੱਕ ਨਾਲ ਜੁੜੇ ਆ, ਅੱਜ ਕੱਲ੍ਹ ਹਰ ਬੰਦਾ ਮੈਸੇਜ ਦਿੰਦਾ ਸਵੇਰੇ ਉੱਠ ਕੇ, ਸਤਿ ਸ੍ਰੀ ਅਕਾਲ ਦੋਸਤੋ, ਮੈਂ ਲਾਈਵ ਤਾਂ ਹੋਣਾ ਨਹੀਂ ਸੀ ਪਰ ਹੋ ਗਿਆ। ਮੈਂ ਗੱਲ ਕਰਨੀ ਸੀ ਵੀ ਪੰਜਾਬ 'ਚ ਹੁਣ ਆਪਾਂ ਨੇ ਸੱਤਾ ਬਦਲਣੀ ਹੈ। ਉਹ ਵੋਟਾਂ ਉੱਥੇ ਪੈ ਰਹੇ ਹੈ, ਸਰਦਾਰ ਖੜਕ ਸਿੰਘ ਜੀ ਉਹਨਾਂ ਨੇ ਬਹੁਤ ਪੈਸੇ ਇਕੱਠੇ ਕਰਕੇ ਭੇਜੇ। ਅੱਜ ਹੀ ਦੱਸਿਆ ਕਹਿੰਦੇ 50 ਲੱਖ ਭੇਜਿਆ ਸੀ। ਮੈਂ ਕਿਹਾ ਹਾਂ, ਮੈਂ ਕਿਹਾ ਹਿਸਾਬ ਮੰਗੋ ਹੁਣ। 50 ਲੱਖ ਸ਼ਹਿਰੀਆਂ ਹਨ ਤੇ ਤੁਸੀਂ ਹਿਸਾਬ ਹੀ ਮੰਗਿਆ ਕਰੋ ਨਾ ਪੈਸੇ। ਨੋ ਦੇਖੋ ਕੀ ਹੁੰਦਾ ਕਿ ਹਰ ਬੰਦਾ ਸਪੋਰਟ ਕਰਦਾ ਹੈ, ਸੱਤਾ 'ਚ ਵੀ ਜਾਂ ਸਿਆਸੀ ਤੌਰ ਤੇ ਤੁਸੀਂ ਜੁੜੇ ਹੋਏ ਉੱਥੇ, ਪਰ ਜਦੋਂ ਤੁਸੀਂ ਇੱਕ ਤਾਂ ਹੋ ਗਿਆ ਸਪੋਰਟ ਫੇਸਬੁੱਕ ਦੀ ਜਾਂ ਬਾਕੀ ਜਾਂ ਉੱਥੇ ਜਾ ਕੇ, ਇੱਕ ਤੁਸੀਂ ਉਹਨਾਂ ਨੂੰ ਪੈਸੇ ਦਿੰਦੇ ਹੋ ਕਿਉਂਕਿ ਆਪਦੇ ਪੈਸੇ ਦਾ ਜਿਹੜਾ ਤੁਸੀਂ ਬੜੀ ਮਿਹਨਤ ਨਾਲ ਕਮਾਇਆ, ਤੁਸੀਂ ਉਹਦਾ ਹਿਸਾਬ ਮੰਗਿਆ ਕਰੋ। ਅਸੀਂ ਭਾਈ 50 ਲੱਖ ਭੇਜਿਆ, ਤੁਹਾਡਾ ਕਿੱਥੇ ਲੱਗਿਆ ਸਰ ਲਿਸਟ ਭੇਜ ਦਿਓ। ਸੋ ਤੁਹਾਡੇ ਪੈਸੇ ਤੇ ਉਹ ਲੋਕ ਬੜਾ ਨਜ਼ਾਰਾ ਲੈਂਦੇ ਤੇ ਬਾਅਦ 'ਚ ਟੀਚਰਾਂ ਵੀ ਕਰਦੇ ਇਕੱਠੇ ਹੋ ਕੇ ਰਾਤ ਨੂੰ ਵੀਡੀਓ ਵੀ ਤਾਂ ਪਾਗਲ। ਸੋ ਪੰਜਾਬੀਆਂ ਦੇ ਪਾਗਲ ਦਾ ਧਾਵਾ ਨਾ ਲੱਗੇ, ਆਪਾਂ ਚੰਗੇ ਲੋਕ ਬਣੀਏ, ਆਪਣੇ ਬੜੇ ਜਿਹੜਾ ਕਹਿੰਦੇ ਅੱਗੇ ਵਧਣ ਦੀ, ਜਿੱਦਾਂ ਹੁਣ ਪੰਜਾਬੀ ਹਰ ਮੁਲਕ 'ਚ MP ਵੀ ਬਣ ਗਏ, ਆਪਣੇ MLA ਵੀ ਬਣ ਗਏ, ਵੱਡੇ ਬਿਜ਼ਨਸਮੈਨ ਵੀ ਬਣ ਗਏ। ਬਟ ਸਾਨੂੰ ਲੋੜ ਹੈ ਕਿ ਜੇ ਤੁਸੀਂ ਸੱਚੋ ਪੰਜਾਬ ਬਦਲਣਾ ਚਾਹੁੰਦੇ, ਸੌਖਾ ਤਰੀਕਾ ਹੈ, ਆਪ ਦਾ ਆਪਣਾ ਪਿੰਡ ਗੋਦ ਲੈ ਲਓ ਤੇ ਉੱਥੇ ਪਹਿਲਾਂ ਸਭ ਤੋਂ ਜਿਹੜਾ ਜ਼ਰੂਰੀ ਕੰਮ ਹੈ ਸੀਵਰੇਜ ਪਵਾਓ ਆਪਣੇ ਪਿੰਡ 'ਚ। ਜੇਕਰ ਤੁਸੀਂ ਸ਼ੁਰੂ ਕਰੋਗੇ ਮਿਲਦਾ ਤਾਂ ਮੈਂ ਵੀ ਆਪਣੇ ਪਿੰਡ ਪਵਾ ਲੂੰਗਾ। ਸੋ ਇतना ਪੰਜਾਬ ਦਾ ਸਕਦਾ ਹੈ, ਸਿਆਸੀ ਲੋਕ ਸ਼ਾਇਦ ਨਹੀਂ ਬਦਲ ਪਾਉਂਦੇ। ਅਫਗਾਨਿਸਤਾਨ ਦੇ ਜਿਹੜਾ ਰਹਿ ਗਿਆ ਉਹ ਪੁੱਛਦਾ ਇਹ ਬੰਦਾ थैंक यू बहुमा जी, वेलकम टू न्यूजीलैंड। 6 साल बाद तुम आए हो। मैं प्रेस कॉन्फ्रेंस होना शायद खत्म कर देंगे, लास्ट क्वेश्चन है तो जान के खुशी होगी कि पिछले जो PTC अवार्ड होया ਉਹਦੇ ਵਿੱਚ ਜਿਹੜਾ सॉन्ग विद गुड मैसेज को न्यूजीलैंड ਦੇ ਹਿੱਸੇ ਆਇਆ ਸੱਤਾ ਪੈਰੋ ਵਾਲੇ ਜੀ। मैं चाहूँगा एक बारी उस नौजवान के लिए तालियां मारते हैं। दूसरी गल ਜਿਹੜੇ NRI ਵੀਰ ਹੈਗੇ ਨੇ, ਉਹ ਜਿਵੇਂ ਇੱਥੇ ਵੀ ਸਾਰੇ ਜਿਹੜੇ TV ਚੈਨਲ ਚੱਲਦੇ ਨੇ, ਜਦੋਂ ਅਸੀਂ ਦੇਖਦੇ ਹਾਂ ਦੋ ਤਰ੍ਹਾਂ ਦੀ ਗਾਇਕੀ ਦਿਸਦੀ ਹੈ, ਇੱਕ ਲੱਚਰ ਗਾਇਕੀ ਆ, ਇੱਕ ਦੇ ਵਿੱਚ ਕੁਝ ਸੰਦੇਸ਼ ਹੈ। ਮੈਨੂੰ ਪਤਾ ਸੀ ਤੁਸੀਂ ਪੁੱਛੋਗੇ, ਇੱਕ ਦੇ ਵਿੱਚ ਸੱਭਿਆਚਾਰ ਹੈਗਾ ਤੇ ਮੇਰਾ ਕੁਝ ਇਹ ਹੈ ਕਿ ਇਹ ਜਿਹੜਾ ਫਰਕ ਕਿੰਨਾ ਹੁਣ ਨਵਾਂ ਹੋ ਗਿਆ। ਮੈਂ ਪਹਿਲਾਂ ਪੁੱਛਣਾ ਚਾਹੁੰਦਾ ਵੀ ਲੱਚਰਤਾ 'ਚ ਕੀ ਹੁੰਦਾ? ਇਹਦੇ ਦੇਖੋ ਹਰ ਚੀਜ਼ ਦੇ ਦੋ ਪਹਿਲੂ ਹਨ। ਜਦੋਂ ਤੁਸੀਂ ਪੇਪਰ ਦੀ ਐਡ ਕਰਦੇ ਹੋ, ਤੁਸੀਂ ਸ਼ਾਇਦ ਕਰਦੇ ਹੋ ਜਾਂ ਬਾਕੀ, ਹੁਣ ਤੁਸੀਂ ਜਿਹੜੇ ਪੇਪਰ ਦੀ ਐਡ ਕਰਦੇ ਹੋ ਉਹਦੇ 'ਚ ਜਿਹੜੀ ਨੈਟ ਤੇ ਐਡ ਚੱਲਦੀ ਹੈ, ਕੇਵਲ ਚੈੱਕ ਕਰੋ ਕਾਹਦੀ ਹੈ, ਸ਼ਕਤੀ ਦੇ ਕੈਪਸੂਲ ਹੈ, ਫਲਾਣਾ
ਜੇ ਉਹ ਦੂਜੇ ਨਜ਼ਰੀਏ ਨਾਲ ਦੇਖੇ ਤਾਂ ਲੱਚਰ ਹੈ। ਸ਼ੋਭਾ ਸਿੰਘ ਦੀ ਪੇਂਟਿੰਗ ਨੂੰ ਜੇ ਆਰਟਿਸਟਿਕ ਤੌਰ ਤੇ ਦੇਖਦੇ ਹੋ ਫਿਰ ਉਹ ਬੜੀ ਮਹਾਨ ਕਲਾकृति ਹੈ, ਬਟ ਜੇ ਉਹਨੂੰ ਪੂਰੀ ਤਹਿ ਤੱਕ ਦੇਖੋ ਤਾਂ ਉਹਦੇ ਕੱਪੜੇ ਭੇਜੇ ਹੋਏ ਨੇ ਫਿਰ ਉਹ ਲੱਚਰ ਹੈ। ਸੋ ਲੱਚਰ ਦਾ ਮਾਪਦੰਡ ਕੀ ਹੈ ਕਿ ਕਿਸੇ ਔਰਤ ਦਾ ਸਕਰਟ ਪਾਉਣਾ ਲੱਚਰ ਹੈ? ਗੀਤਾਂ 'ਚ ਕੁੜੀਆਂ ਸਕਰਟ ਪਾ ਰਹੀਆਂ, ਇਹੀ ਰੌਲਾ ਸ਼ਾਇਦ। ਇਹ ਆਦਮੀ को डिसाइड करता है औरत ने की पाना है, औरत की मर्जी है उन्हें की पाना है। ये औरत का तो मैं पिछले गर्ल्स ना के ऐसी स्टेज पे उठे भी इतने कर रही, पूरी दुनिया बदल रही है। किसी टाइम अपने बुजुर्ग चादरे लाते थे, फिर पजामे पाउण लग गए, फिर हुण तुसीं पैंटा पाउण लग गए, हुण हर चीज तो वैस्टर्न हो गई। जिन्ने गाने बन रहे सारे साज वैस्टर्न है, हर जिंदगी की जो जरूरत है मोबाइल फोन को लेके सारी वेस्ट की है। तो वेस्ट ने अपना कल्चर इतना हावी इन्होंने छाड़ता तो उसको बोल कर नहीं हो सकते। सो औरत की आज़ादी को जो लचर का कहोगे ये भी गलत है। तस्लीमा नसरीन की मैं गल की थी पीछे, बड़ी अच्छी राइटर है, तुम भी शायद बड़े खबर हो। वो कहती गर्मी जो मेरे भरा को गर्मी लगती है छत पर बह जाता पर बड़ा पा मैनू गर्मी लगती है मैं अंदर क्यों बैठा, मैं बरमोटा क्यों नहीं पा सकती। सो औरत की आज़ादी जो बंदा तय करूँगा तो सारे गीत लचर है। ये अपन एक बैठ के गोष्ठी करनी होगी कि उन्होंने वस्त्र की किया होता है जी पूरी गीत नचती है कि तुसी पैसे इकट्ठे करके उन्हें रोटी खवाओगे फिर वो नचना छड्ड दूगी। सो ये माप का नजर है अलग है। तुसी जिन्हें मुल्क में रह इन्हां च रह के इस तरह दी गल्लां दा कोई आइडिया नहीं। सारा कुछ तो बदल रहा है, तुसी मर्जी ना गीत किवें ना बदलने हो सकता नहीं हो सकता। सो इस तरह के बदलती दुनिया ना बदलना ही पैना, ये हकीकत है। तुसी आपकी जवानी जे रह के अपने बच्चे को जो तौर तरीके से होगे नहीं सकते। तो ये दुनिया है, ये आपके हिसाब से चलती है तो मेरे नाल ही चलना पड़ेगा। थैंक यू जी। मुझे आज तक ये बड़ा इतना संदेश की बात कर रहा हूँ। थैंक यू जी। नाल का स्वागत कर रहा जी इंडियन वीकेंड ऑफ पब्लिक जी पहुंचे जी एनो जी ते कुछ सवाल हाँ जी Sachin Mansa, this is Sally Seku from Hum FM, and thanks a lot ਜਿਹੜੇ ਤੁਸੀਂ ਹੁਣੇ ਥੋੜੇ words ਬੋਲੇ। and ਆਸ ਕਰਾਂਗੇ ਕਿ ਇਦਾਂ ਦਾ ਕੁਝ ਇੱਕ ਗਾਣਾ ਕੁਝ ਲਿਖਿਆ ਵੀ ਤੁਸੀਂ ਜ਼ਰੂਰ ਕੱਢੋ ਜਿਹਦੇ ਵਿੱਚ ਤੁਸੀਂ ਜੋ ਸਭ ਕੁਝ ਬੋਲਿਆ ਇਹ ਸਾਰਿਆਂ ਤੱਕ ਪਹੁੰਚੇ ਵੀ ਜੀ। and ਨਾਲੇ ਇਹ ਵੀ ਤੁਹਾਨੂੰ ਪੁੱਛਣਾ ਸੀਗਾ ਕਿ ਤੁਸੀਂ ਕੋਈ ਪ੍ਰਾਈਵੇਟ ਐਲਬਮ ਰੀਸੈਂਟਲੀ ਲਾਈਕ ਕੱਢੋਗੇ ਬਿਕਾਜ਼ ਤੁਹਾਡੇ ਲਾਈਵ ਸ਼ੋਜ਼ ਇੱਥੇ ਬਹੁਤ ਘੱਟ ਹੁੰਦੇ ਆ and fan following ਨੂੰ ਆਸ ਹੁੰਦੀ ਕੋਈ ਤੁਹਾਡਾ ਇੱਕ ਪ੍ਰਾਈਵੇਟ ਐਲਬਮ ਕੋਈ ਸਿੰਗਲ ਆਵੇ। असल तो मेरा ਜਿਹੜਾ ਦਿਨ ਹੈ ਨਾ ਮੈਨੂੰ ਦਿਨ ਹੀ ਬੱਚੇ ਨਾਲ ਚਾਹੀਦਾ। ਮੈਨੂੰ ਕਦੇ ਦਿਨ ਛੋਟਾ ਲੱਗਦਾ ਕਿਉਂਕਿ ਕਦੇ ਮੈਂ ਪੜ੍ਹਦਾ ਫਿਰ ਮੈਂ ਜਦ ਪੜ੍ਹਦਾ ਕਦੇ ਪੜ੍ਹਦਾ नहीं रहता। फिर जब म्यूजिक से बैठ जाता तो आप ही कंपोज करना आप ही लिखना तो या और तो कई बार प्रैक्टिस करते हैं गिटार दिया पियानो ने फिर उधर चला गया भी ना। सो बहुत देर तो मैं गाने स्टूडियो सेटअप करके नवा बनाया स्टूडियो से वापस ला गया। तो मैं लगा कि अभी वो लगातार जाऊँगा 25 महीने। थैंक यू सो मच। चैट दे तो क्या बहुत शुक्रिया जी है वहाँ साहब से पार्टनरशिप ने पता नहीं बहुत आभार तुझे इनवाइट किया। सो जिला गीत संगीत रूह की खुराक है ਤੁਹਾਡੇ ਕੋਲੋਂ ਹਰ ਗੀਤਾਂ ਦੇ ਰਾਹੀਂ ਸਾਨੂੰ ਰੂਹ ਦੀ ਖੁਰਾਕ ਜਿਹੜੀ ਮਿਲ ਜਾਂਦੀ ਹੈ। ਕੁਝ ਕਹਿਣ ਕੁਝ ਹੈ ਨਹੀਂ, ਕੁਝ ਹੈ ਨਹੀਂ। ਇਹਦਾ ਮੀਡੀਆ ਦਾ ਫਰਜ਼ ਹੈ ਕਿ ਫੋਟੋਆਂ ਲੱਗਣੀਆਂ ਅਖਬਾਰਾਂ ਛਪਣੀਆਂ ਪਰ ਜਿਹੜਾ ਤੁਸੀਂ ਸੰਗੀਤ ਸਾਨੂੰ ਦਿੰਦੇ ਹੋ ਸਾਡੀ ਰੂਹ ਦੀ ਖੁਰਾਕ ਹੈ। ਅਸੀਂ ਬਹੁਤ ਮੰਨਦੇ ਬਹੁਤ ਮਿਹਰਬਾਨ। ਥੈਂਕ ਯੂ। Good evening, Samar. Yes, so excuse my English. I'm sorry if this is a repeat question, but if you were not an entertainer, what would you be? हर आदमी इको कमले पढ़ता हो मेरा देश से कमले पढ़ेगा। Thank you. किमान तेजी मान साहब जी आए हो जी। सत श्री अकाल जी।
ਖਾਸ ਕਰਕੇ ਖੰਡ ਵਾਲੇ ਮਾਣ ਦੇ ਲਾਗੇ ਜਿਹੜਾ ਢਾਬਾ ਮਿੱਤਰਾਂ ਦਾ ਢਾਬਾ ਆ, ਜਿੰਨੀ ਵਾਰੀ ਜਾਈਦਾ ਤੇ ਤੁਹਾਡਾ ਜ਼ਿਕਰ ਆ ਜਾਂਦਾ। ਸੋ ਹਰੇਕ ਵਾਰੀ ਵਧੀਆ ਖਾਣਾ ਤੁਹਾਡੇ ਲਾਗੇ ਆ ਤੇ ਬੰਦੇ ਵੀ ਵਧੀਆ ਕਹਿੰਦੇ ਹੁੰਦੇ ਆ ਖੰਡ ਦੇ ਆਲੇ ਦੁਆਲੇ ਜਾਂ ਕਮੈਂਟ ਦੇ ਵਿੱਚ, ਕੋਈ ਸ਼ੱਕ ਨਹੀਂ। ਸੋ ਮੈਂ ਤਾਂ ਇਹਨੇ ਕਹਿਣਾ ਜੀ ਆਇਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਆਪਣੀ ਸੋਚ ਜਿਹੜੀ ਆ ਇਹ ਤੇ ਪਹਿਰਾ ਦਿੰਦੇ ਰਹੋ। ਆਪਣੇ ਆਪ ਜਿਹੜਾ ਆ ਦੁਨੀਆ ਦੇ ਵਿੱਚ ਤੁਹਾਡਾ ਜਿਹੜਾ ਇਹ ਲਾਇਆ ਚਲਾ ਗਿਆ ਇਹ ਚੱਲਦਾ ਰਹੂਗਾ ਜੀ। ਧੰਨਵਾਦ ਬਾਈ ਜੀ। ਜੀ ਨਾ ਕੋਈ ਬਾਬਾ ਨਾਨਕ ਗਾ ਸਕਦਾ, ਆ ਪਹਿਲਾਂ ਗਾਇਆ ਕਿਸੇ ਦਾ, ਨਾ ਕੋਈ ਬਾਅਦ ਚੋਂ ਗਾ ਸਕਦਾ। ਨਹੀਂ ਲੋਕਲ ਬਾਬੇ ਨਹੀਂ ਤਾਂ ਗਾਈ ਜਾਂਦੇ ਲੋਕ ਨਹੀਂ ਐਫਰਟ ਨਹੀਂ ਕਰਦੇ, ਗਾ ਸਕਦੇ ਆ, ਇਹ ਜੀ ਗੱਲ ਨਾ ਬਾਈ ਜੀ ਕਿਸੇ ਚ ਜੋਕ ਹੋ ਸਕਦੀ ਹੈ, ਨਾ ਸੀ ਨਾ ਹੈ। ਦਰਅਸਲ ਕੀ ਹੈ ਕਿ ਕੋਸ਼ਿਸ਼ ਨਹੀਂ ਕਰਦੇ। ਹਰ ਬੰਦੇ ਨੇ ਆਪਣਾ ਦਿਮਾਗ ਹੈ ਜਿਹੜਾ ਕਿੱਥੋਂ ਸੈੱਟ ਕਰਿਆ ਹੋਇਆ ਉਸ ਸ਼ਹਿਰ ਨਹੀਂ ਬਾਈ ਜੀ ਹਿੰਮਤ ਸੇ ਮੰਨ ਲਿਆ ਜੀ, ਮੰਨ ਲਿਆ ਜਿਵੇਂ ਤੁਸੀਂ ਕਹੋ। ਠੀਕ ਹੈ ਠੀਕ ਹੈ। Thank you. ਆਪਾਂ ਵੀ ਸਿਰਫ ਇਸੇ ਗੱਲ ਤੇ ਬਾਬਾ ਨਾਨਕ ਵਾਲੀ ਗੱਲ। Thank you, bro. ਮਾਨ ਸਾਹਿਬ ਕੁਝ ਸਾਡੇ ਨਿਊਜ਼ੀਲੈਂਡ ਦੇ ਜਿਹੜੇ ਫੈਨ ਨੇ ਤੁਹਾਡੇ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ। ਮਨਾਇਆ ਹੀ ਨਹੀਂ ਕਦੇ। ਬਣਾਇਆ ਸੀ ਭਾਈ ਤਾਂ ਹੀ ਕਹਿੰਦੇ ਤੁਹਾਨੂੰ ਭਾਈ ਤੁਹਾਡੇ ਮੈਂ ਸੋਚਦਾ ਸੀ ਮੇਰਾ ਜਿੱਦਾਂ 29 ਤਰੀਕ ਦਾ, ਜੇ ਕਿਤੇ 29 ਫਰਵਰੀ ਦਾ ਹੋ ਜਾਂਦਾ ਸੌਖਾ ਸੀ, ਫਿਰ 4 ਸਾਲ ਬਾਅਦ ਸੋਚ ਲੈਂਦੇ। ਨਹੀਂ ਭਾਈ ਸਾਨੂੰ ਹਰ ਵਕਤ ਯਾਦ ਰਹਿੰਦਾ ਤੁਹਾਡਾ ਜਨਮ ਦਿਨ, ਅਸੀਂ ਮਨਾਉਣੇ ਆ। ਤੇ ਬਾਈ ਇੱਥੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਬਹੁਤ ਟਾਈਮ ਤੋਂ ਉਡੀਕ ਕਰ ਰਹੇ ਸੀ ਇਹ ਗੱਲ ਦੀ। ਧੰਨਵਾਦ। ਤੇ ਬਾਈ ਤੁਹਾਡੇ ਅਸੀਂ ਫੈਨ ਆ, ਤੁਹਾਡੇ ਗਾਣੇ ਸਾਡੀ ਰੂਹ ਨੂੰ ਛੂੰਹਦੇ ਨੇ ਤੇ ਹਰ ਵਕਤ ਤੁਹਾਡੇ ਗਾਣੇ ਸੁਣਦੇ ਆ, ਅਸੀਂ ਕਿਸੇ ਹੋਰ ਦੇ ਗਾਣੇ ਨਹੀਂ ਸੁਣਦੇ। ਬਾਕੀ ਵੀ ਸੁਣਿਆ ਕਰੋ। ਨਹੀਂ ਬਾਈ ਹੋਰ ਪਤਾ ਹੀ ਨਹੀਂ ਲੱਗਦਾ, ਬਸ ਤੁਹਾਡੇ ਗਾਣੇ ਤੋਂ ਬਿਨਾਂ ਸਾਨੂੰ ਹੋਰ ਪਤਾ ਨਹੀਂ ਲੱਗਦਾ ਕੁਛ। ਸਾਨੂੰ ਖੁਰਾਕ ਮਿਲ ਜਾਂਦੀ ਆ, ਰੋਟੀ ਖਾਣ ਦੀ ਲੋੜ ਨਹੀਂ ਪੈਂਦੀ। ਜਿਉਂਦੇ ਰਹੋ। ਮੈਂ ਵੀ ਤੁਹਾਡੇ ਅੱਗੇ ਨਿਊਜ਼ੀਲੈਂਡ ਵਿੱਚ ਆਉਣ ਲਈ ਧੰਨਵਾਦ। ਤੇ ਸਾਨੂੰ ਥੋੜਾ ਜਿਹਾ ਮੌਕਾ ਦੇਣ ਦੀ ਸੁਣਾਂਗੇ ਤੁਹਾਨੂੰ ਪਰਸੋਂ ਨੂੰ। ਓਕੇ ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਮੈਂ ਐਕਸਾਈਟਡ ਹਾਂ, ਮੇਰੇ ਕੋਲ ਬੋਲ ਨਹੀਂ ਹੋ ਰਿਹਾ। ਬਾਹਰ ਭੱਜ ਕੇ ਇੱਕ ਗੇੜਾ ਲਾਇਆ ਰਨਿੰਗ ਦੀ ਜੋਸ਼ ਤੇ ਆ। ਬਟ ਮੇਰਾ ਕੁਐਸਚਨ ਇਹ ਹੈ ਕਿ ਤੁਸੀਂ ਅਜੇ ਤੱਕ ਗੁਰਦਾਸਪੁਰ 'ਚ ਕੋਈ ਸ਼ੋਅ ਨਹੀਂ ਲਾਇਆ, ਇਹ ਕਿਉਂ? ਗੁਰਦਾਸਪੁਰ ਬੁਲਾਇਆ ਹੀ ਨਹੀਂ ਹੋਣਾ ਤੁਸੀਂ। ਮਾਨ ਸਾਹਿਬ ਅਸੀਂ ਤੁਹਾਨੂੰ ਜ਼ਰੂਰ ਬੁਲਾਵਾਂਗੇ, ਇੱਕ ਵਾਰੀ ਮੇਰੇ ਬਾੜਾ 'ਚ ਸੈੱਟ। ਦਰਅਸਲ ਮੇਰੀਆਂ ਕਈ ਆਦਤਾਂ ਵਧੀਆ ਨਹੀਂ। ਮੈਂ ਜਿਹੜੇ ਸਾਡੇ ਸਿਆਲ ਦਾ ਟਾਈਮ ਆਉਂਦਾ ਮੈਂ ਉੱਥੇ ਹੁੰਦਾ, ਜਿਹਦੇ ਚ ਆਇਆ ਨਵੰਬਰ, ਦਸੰਬਰ, ਜਨਵਰੀ, ਫਰਵਰੀ। ਹਾਂਜੀ ਜ਼ਰੂਰ ਮਾਨ ਸਾਹਿਬ। ਮੇਰਾ 4 ਜਾਂ 5 ਪ੍ਰੋਗਰਾਮ ਮੈਂ ਕਰਨੇ ਹੁੰਦੇ, ਜਿਹੜੇ ਪਹਿਲਾਂ ਆ ਜਾਂਦੇ ਉਹ ਕਰ ਲਈਦੇ, ਫਿਰ ਤੁਹਾਡੇ ਨਾਲ ਲੇਟ ਹੋ ਜਾਂਦੇ। ਨਹੀਂ ਜ਼ਰੂਰ ਭਾਵੇਂ ਜਿੱਦਾਂ ਮਰਜ਼ੀ, ਪਰ ਮਾਨ ਸਾਹਿਬ ਇੱਕ ਵਾਰੀ ਜ਼ਰੂਰ ਗਏ ਸੀ ਅੰਮ੍ਰਿਤਸਰ ਅਸੀਂ ਪਿਛਲੇ ਸਾਲ 5 ਫਰਵਰੀ ਨੂੰ ਲਾਸਟ ਈਅਰ ਗਏ ਸੀ। ਨਹੀਂ ਮਾਨ ਸਾਹਿਬ ਗੁਰਦਾਸਪੁਰ ਆਓ। ਅੱਛਾ ਹੋ ਜਾਂਦਾ। ਚਲੋ ਤੁਸੀਂ ਫਿਰ ਪੱਕੇ ਹੋ ਕੇ ਜੇ ਹੋ ਗਏ ਫਿਰ ਤਾਂ ਵਧਾਈਆਂ, ਜੇ ਨਹੀਂ ਹੋਏ ਤਾਂ ਪੇਪਰ ਲੈ ਕੇ ਆ ਜਾਓ ਫਿਰ ਨਾਲ। ਸਤਿ ਸ਼੍ਰੀ ਅਕਾਲ ਮਾਨ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮਾਨ ਸਾਹਿਬ ਤੁਸੀਂ ਆਪਣੇ ਨਾਮ ਦੀ ਨੰਬਰ ਪਲੇਟ ਜਾਂ ਫਿਰ ਮੈਂ ਦੇਖਿਆ ਸੀ ਕੈਨੇਡਾ ਦੇ ਵਿੱਚ ਆਟੋਗ੍ਰਾਫ ਲੈਂਦੇ ਤੁਹਾਡੇ ਜਿਹੜੇ ਸੀ ਫੈਨ, ਤੇ ਮੈਂ ਤੁਹਾਡੇ ਪਿੰਡ ਦੀ ਨੰਬਰ ਪਲੇਟ ਲਈ ਹੋਈ ਨਾ ਤਾਂ ਮੈਂ ਕਾਬਲ ਬਹੁਤਾ, ਨਾ ਮੇਰਾ ਪਿੰਡ ਬਹੁਤਾ ਕਾਬਲ ਹੈ। ਨਹੀਂ ਜੀ ਬਹੁਤ ਕਾਬਲ ਹੈ। ਜਿਹੜੇ ਪਿੰਡ ਨੇ ਤੁਹਾਨੂੰ ਸਾਡੇ ਤੱਕ ਪਹੁੰਚਾਇਆ, ਪੂਰੀ ਦੁਨੀਆ 'ਚ ਨਾਮ ਰੋਸ਼ਨ। ਪਰ ਜਦ ਤੱਕ ਮੈਂ ਪੜਦਾ ਰਿਹਾ ਸਾਰਾ ਪਿੰਡ ਗਾਲਾਂ ਹੀ ਕੱਢਦਾ ਰਿਹਾ। ਉਹ ਤਾਂ ਜੀ ਉਹ ਜਿੱਦਾਂ ਤੁਸੀਂ ਦੱਸ ਚੁੱਕੇ ਨਾ ਕਿ ਪੰਜਾਬੀਆਂ ਦੀ ਆਦਤ ਹੁੰਦੀ ਹੈ, ਤੇ ਉਹ ਆਦਤ ਸਾਡੇ ਨਾਲ ਹੀ ਜਾਣੀ ਹੈ। ਮੈਂ ਇੱਕ ਵਾਰੀ ਬਾਜਾ ਲਾਇਆ, जब मैं सवेरे उठ के याद करना कई बार रात को उठूं तो बॉडी ने रौला पाते हैं सदाई हो गया। सो पिंडा की तरासदी है कि जो कोई बच्चा कहे अपने प्यो को कि मैं फौजी बनना, वो कहता जा मेरा डंगर बन गया। सो साडी तरासदी है कि साडे मापे कदे भी सानू राह नहीं पाते, इतना चंगी किस्म के हार्ड वर्क कह लो कि अपन लैन फड़ लेने, नहीं तो किसी को पता नहीं होता। जे गुआढ़ियां का निਆਣਾ ट्यूशन पढ़ लग गया, उन्हें साइंस ले ली तो अपने वाले भी दवा देते हैं, वो कहेंगे ये भी डॉक्टर बनूंगा। आप प्रॉब्लम लाई लग सी जे गुआढ़ी ने मुर्गी धर ली अगले असं भी बकर मुर्गा बन लेने, कोई प्रॉब्लम ਤੁਸੀਂ ਤਾਂ ਵਾਜਾ ਬੁਲਾਉਂਦੇ ਸੀ ਤਾਂ ਬੋਲਦੇ ਸੀ ਜੀ ਕੋਈ ਚੁੱਪ ਜੇ ਤੇ ਕਰਿਆ ਕਿ ਗਾਲ ਆ ਕੇ ਪੁੱਛਣਗੇ ਭਾਈ ਜਾਉਂਦਾ
ਥੈਂਕ ਯੂ ਮਾਤਾ ਜੀ। ਧੰਨਵਾਦ। ਮਾਨ ਸਾਹਿਬ ਇੱਕ ਲਾਸਟ ਕੁਐਸਚਨ ਹੋਣਾ ਜੀ ਸਤਿ ਸ਼੍ਰੀ ਅਕਾਲ ਮਾਨ ਸਾਹਿਬ। ਧੰਨਵਾਦ। ਭਾਈ ਜੀ ਮੇਰਾ ਸੁਪਨਾ ਹੀ ਸੀ ਤੁਹਾਨੂੰ ਮਿਲਣ ਦਾ। ਮੈਂ 3 ਵਾਰ ਤੁਹਾਡੇ ਪਿੰਡ ਗਿਆ, ਮੈਂ ਤੋਂ ਅੱਜ ਤੱਕ ਮਿਲ ਨਹੀਂ ਹੋਇਆ ਤੁਹਾਡੇ ਨਾਲ। ਸਹੀ ਗੱਲ, ਅੱਜ ਮੇਰੀ ਸੱਚੀ ਰੂਹ ਖੁਸ਼ ਹੋ ਗਈ ਤੁਹਾਨੂੰ ਦੇਖ ਕੇ। ਪਿੰਡ ਇੱਕ ਤਾਂ ਦਿਨ ਰੱਖਿਆ ਹੋਇਆ ਮਹੀਨੇ ਦਾ ਲਾਸਟ ਸੰਡੇ, ਕੋਈ ਵੀ ਆ ਜਾਓ, ਮਿਲ ਕੇ ਜਾਓ, ਫੋਟੋ ਖਿਚਾਓ, ਚਾਹ ਪੀਓ, ਲੰਗਰ ਛਕੋ। ਤੇ ਕਦੇ ਕਦੇ ਮਿਸ ਹੋ ਜਾਂਦਾ, ਕਈ ਵਾਰੀ ਕੰਮ ਚ ਉਲਝ ਜਾਂਦੇ ਜਦੋਂ। ਮੈਂ ਲਾਸਟ ਈਅਰ ਇੰਡੀਆ ਗਿਆ ਸੀ, ਮੈਂ ਸਪੈਸ਼ਲੀ ਗਿਆ ਮਹੀਨੇ ਦੇ ਅਖੀਰਲੇ ਐਤਵਾਰ ਆਏ। ਭਾਈ ਤੁਹਾਡੇ ਨਾਲ ਮੈਂ ਕਰ ਰਿਹਾ। ਥੈਂਕ ਯੂ। ਓਕੇ ਜੀ, ਸਤਿ ਸ਼੍ਰੀ ਅਕਾਲ। ਮੈਂ ਮੈਨੂੰ ਬਹੁਤ ਹੋਇਆ, ਮੈਂ ਤੁਹਾਨੂੰ 2006 ਵਿੱਚ ਮੈਂ ਮੋਹਾਲੀ ਦੇਖਿਆ ਸੀਗਾ। ਜੀ। ਉਸ ਤੋਂ ਬਾਅਦ ਟਾਈਮ ਨਹੀਂ ਮਿਲਿਆ, ਕਦੀ ਚਾਂਸ ਇੱਥੇ ਵੀ ਜ਼ਿੰਦਗੀ ਦੀ ਸਪੀਡ ਬਹੁਤ ਤੇਜ਼ ਹੈ, ਲੰਘ ਜਾਂਦੀ ਹੈ। ਨਹੀਂ ਜੀ, ਉਸ ਤੋਂ ਬਾਅਦ ਬਸ ਟਾਈਮ ਨਹੀਂ ਮਿਲਿਆ, ਇੱਧਰ ਆ ਗਏ ਚਲੋ ਤੇ ਵਧੀਆ। ਜੋਸ਼ੀ ਸਾਹਿਬ ਦੇ ਕੋਲ ਇੱਕ ਦੋ ਵਾਰੀ ਗਏ ਅੱਛਾ ਜੀ। ਮੋਹਾਲੀ, ਤੇ ਨਹੀਂ ਮੇਲ ਹੋਇਆ ਤੁਹਾਡੇ ਨਾਲ। ਅੱਛਾ ਤੇ ਜੀ। ਅੱਜ ਮੈਂ ਬਹੁਤ ਖੁਸ਼ ਹਾਂ ਵੀ ਮੈਂ ਤੁਹਾਨੂੰ ਮਿਲ ਸਕ ਰਹੀ ਹਾਂ ਤੁਹਾਡਾ। ਧੰਨਵਾਦ, ਧੰਨਵਾਦ। ਥੈਂਕ ਯੂ। ਵੈਲਕਮ। ਸ਼ੁਕਰੀਆ ਜੀ। ਸੋ ਵਾਈਂਡ ਅਪ ਕਰੀਏ ਲਾਸਟ ਕੁਐਸਚਨ। It's not a question. मैं कुछ ਦੱਸਣਾ ਚਾਹੁੰਦੀ ਹਾਂ। ਜੀ। ਮੇਰੀ ਪੰਜਾਬੀ ਇੰਨੀ ਵਧੀਆ ਨਹੀਂ ਹੈ, ਬਟ ਵੀ ਆਈ ਟਰਾਈ। ਤੇ ਜਦੋਂ ਮੇਰਾ ਵਿਆਹ ਹੋਣਾ ਸੀ ਤਾਂ ਮੈਂ ਆਪਣੇ ਹਸਬੰਡ ਨੂੰ ਪੁੱਛਿਆ ਤੁਹਾਡੀ ਫੇਵਰਿਟ ਸਿੰਗਰ ਕੌਣ ਹੈ, ਤੇ ਹੀ ਸੈਡ ਬੱਬੂ ਮਾਨ ਜੀ। I said, oh, ਬੱਬੂ ਮਾਨ। He said, ਵਿਆਹ ਕਰਾਣਾ ਨਹੀਂ ਕਰਾਣਾ, ਬੱਬੂ ਮਾਨ ਜੀ ਕਹੇ ਨਹੀਂ ਤਾਂ ਵਿਆਹ ਨਹੀਂ ਕਰਾਣਾ। तो आज ਤਾਂ ਮੈਂ ਤੁਹਾਨੂੰ ਜੀ ਕਰਕੇ ਬੋਲ ਰਹੀ ਹਾਂ ਤਾਂ ਮੇਰਾ ਵਿਆਹ ਹੋ ਗਿਆ। धन्यवाद। मेरे करके विवाह हो गया, परमात्मा मेरे जोड़ी बड़ी रहे, लंबी उम्र हो गई। हाँ जी भाई, सत श्री अकाल जी। मैं मेरा थोड़ा जवान से पिंड पवार। मैं ये गल पुछनी चाहना, अक्सर मैं ਤੁਹਾਨੂੰ कई बार देखा है जिवें कोई नैना किसी का नहीं खड़े होंगे। हाँ जी। ना वो थोड़े कोल रेड की होंदी है, बेटी कोल ते समान ਤੁਹਾਨੂੰ की कोई मतलब कल ही अपनी मासी च खड़े, मतलब ना थोड़े नाल कोई होर ना कोई शेड है। हाँ नहीं, बेटा मैं इस नॉलेज लगी है। हाँ जी। ਤੇ ਆਮ ਤੌਰ ਤੇ ਜਿਹੜੇ ਬਾਕੀ ਸਿੰਗਰ ਹੁੰਦੇ ਆ, ਮਤਲਬ ਤੁਹਾਡਾ ਵੀ ਮੈਂ ਦੇਖਿਆ ਵੀ ਜਦੋਂ ਤੁਸੀਂ ਕਿਤੇ ਜਾਂਦੇ ਹੋ ਤੁਹਾਡਾ ਪਿੱਛੇ ਐਡਾ ਕਰਾਉਡ ਪਾਗਲ ਵਾਂਗੂ ਫਿਰਦਾ ਤੇ ਇਹ ਜਦੋਂ ਤੁਹਾਡਾ ਖੜਨ ਦਾ ਕੀ ਚੱਕਰ ਆ, ਮਤਲਬ ਤੁਸੀਂ ਮੈਂ ਤੁਹਾਨੂੰ ਨੀਲੋ ਨਹਿਰ ਤੇ ਦੇਖਿਆ, ਤੁਸੀਂ ਖੜੇ ਬਸ ਨਹਿਰ ਵੱਲ ਦੇਖਦੇ नीलो ब्रेड मैंने कुछ ब्रेड खाना है वालों मेरे सज्जनों ने दुकाना दुकाना पेट मेरा गेड़ा लगा है। बहुत ਜਿਹੜੇ ਲੋਕ ਦਰਅਸਲ ਜਿਵੇਂ ਆਪਾਂ ਤੁਸੀਂ ਤੇ ਉਹ ਕਹਾਵਤਾਂ ਪੜੋਗੇ ਨਾ, ਫਿਰ ਤੁਹਾਨੂੰ ਜ਼ਿੰਦਗੀ ਦੀ ਬੜੀ ਕਈ ਸੱਚਾਈਆਂ ਮਿਲਦੀਆਂ। ਬਜ਼ੁਰਗਾਂ ਨੇ ਜਿਹੜੀਆਂ ਚੀਜ਼ਾਂ ਬਣਾਈਆਂ ਕਈ ਸਦੀਆਂ ਚ ਬਣਾਈਆਂ। ਉਹਦੀ ਕਹਾਵਤ ਹੈ ਘਰ ਦਾ ਭੇਤੀ ਦਾ ਘਰ, ਉਹ ਬੜੀ ਆਪਣੇ ਲਈ ਆਪ ਗੱਲ ਹੈ। ਪਰ ਜਦੋਂ ਕੋਈ ਤੁਹਾਡਾ ਨੇੜੇ ਦਾ ਤੁਹਾਨੂੰ ਛੱਡ ਕੇ ਜਾਂਦਾ ਫਿਰ ਤੁਹਾਨੂੰ ਲੱਗ ਰਿਹਾ, ਕਿਉਂਕਿ ਉੱਪਰੇ ਬੰਦੇ ਨੂੰ ਪਤਾ ਨਹੀਂ ਹੁੰਦਾ ਕੋਈ ਕਿਸੇ ਤੇ ਅਟੈਕ ਨਹੀਂ ਕਰਦਾ। ਇਹਦੇ ਜਿਹੜੇ ਛੋਟੇ ਭਾਂਡੇ ਆ ਉਹ ਇਹਨੇ ਛੇਤੀ ਭਰ ਜਾਂਦੇ। ਕਈ ਵਾਰੀ ਆਦਮੀ ਦੀ ਜ਼ਿੰਦਗੀ ਦੀ ਸੋਚੇ ਹੁੰਦਾ ਕਿ ਮੈਂ ਪ੍ਰਾਪਤ ਕਰ ਲਵਾਂ, ਸ਼ਾਇਦ ਉਹਨਾਂ ਨੂੰ ਪ੍ਰਾਪਤੀ ਅਚਾਨਕ ਹੋ ਜਾਂਦੀ ਹੈ। ਦੇਖੋ ਪੰਜਾਬੀ ਗਾਇਕ ਤੁਸੀਂ ਕਈ ਵਾਰੀ ਇੱਥੇ ਤੁਸੀਂ ਕਿਸੇ ਸਿੰਗਰ ਨੂੰ ਸੁਣੋ ਜਿਹੜੇ ਸਟੇਜ ਤੇ ਗਾਉਂਦੇ ਹੋਏ ਉਹ ਗਿਟਾਰ ਨਾਲ, ਤੁਸੀਂ ਮੈਨੂੰ ਦੱਸੋ ਪੰਜਾਬ 'ਚ ਕਿਹੜਾ ਸਿੰਗਰ ਜਿਹਨੂੰ ਗਿਟਾਰ ਵਜਾਉਂਦੇ ਜਾਂ ਬਾਜਾ ਵਜਾਉਂਦਾ? 90% ਨੂੰ ਵਜਾਉਂਦਾ, ਸਭ ਜਗਾੜੂ। ਸੋ ਦੇ ਆਰ ਲੱਕੀ। ਉਹਨਾਂ ਦਾ ਸਫਰ ਕੀ ਹੁੰਦਾ ਕਿ ਇੱਕ ਸਿੰਗਰ ਦੇ 2 ਗਾਣੇ टीवी पे आ जाते हैं, वो लाख रुपया मंगता है, वो मेरा डाला है क्योंकि हर बंदे ने लानी होती है घर ब्याह। फिर जब वो बाकी रिसोर्स लाख तो 4 लाख करता है, फिर वो बह जाता है, फिर पीछे वाले दो आ जाते हैं। तुसी वो सवेरे पेपर पे बहुत सिंगर का नाम लिखा ना है, वो तुसी देखोगे ना तो सफर की है किसी 2 साल के जैसा तो चेंज हो जाता है। सो असल च उन्होंने सोचे नहीं होता कि सानू कोई 25 लाख की कार मिल जाएगी या कोठी मिल जाएगी, उन्होंने मिल जाएगी अचानक। और दूसरी गल एक गल बड़ी क्लीयर है, हकीकत है कि जो भीड़ पैसे अपना आप ही काम होता है। तुसी 500 रुपए के हिसाब 500 रुपए के हिसाब से कोई करते चाहिए। और मोर ओवर आप किसी को कब्जा कर थोड़ी जाना कि मेरे ना 25 बाउंसर है, मेरे ना 40 बाउंसर। सो इतना पता नहीं क्यों उनका दिमाग से ज़हनी तौर पर फितूर आ जाता है। वो 2 साल रहता है, फिर 4 साल उतर जाता है। फिर तुम इतने देखोगे कोई न्यूजीलैंड पेपर पढ़ाई करूँगा, कोई उत्थे बैठ दुकान खोलूगा, तो दे आर नॉट मेंट फॉर बेसिकली ये चीज़ भी बड़े नहीं सी और टू इज पेशेंट है शायद हो जाए।
अच्छा केड़ी बड़ी पर ਜਿਹੜੀ ਆਪਣੇ ਹਾਂ ਤੇ ਬਸ ਉਹੀ ਹੈ ਕਿ ਸ਼ੁਰੂ ਤੋਂ ਹੀ ਪਹਿਲੇ ਜਦੋਂ पर ये मेरा दोस्त लगे होता है बहुत सारा पहले बाबा की डाक करना होता है ਹਾਂਜੀ ਡਾਕਟਰ ਸੀ हाँ ਉਹ ਵੀ ਇਹ ਡਾਕਟਰ इतना ज़्यादा रिग्रेट कर सकते हो ਹਾਂਜੀ ਬਸ ਇਹੀ ਦੱਸਣਾ ਸੀ ਕੁਐਸਚਨ ਇਹ ਕੁਐਸਚਨ ਦਾ ਪਤਾ ਹੀ ਹੈ ਸੁਣ ਰਹੇ ਨੇ धन्यवाद ਮਾਸਟਰ ਇਹ ਲਾਈਵ ਤੁਸੀਂ ਕਿਹਾ ਹੈ ਕਿ ਆਪਾਂ 25 ਘੰਟੇ ਤੱਕ ਰਿਕਾਰਡ ਕਰ ਰਹੇ ਹਾਂ ਕੋਈ 6 ਮਹੀਨੇ ਕੋਈ ਸਿੰਗਰ ਗਾਵੇ ਨਾ ਤੇ ਸੱਚੀ ਗੱਲ देखो काम जब तासीर बन जाए फिर काम बड़ा छोटा हो जाता है पहले ने जो असं गाने करते होते थे बॉम्बे जाके तो कॉस्टिक रिकॉर्डिंग होती सी ਉਹਦੇ ਲਈ 5 ਢੋਲ 8 ਢੋਲ ਦਾ 40 ਵਾਇਲੈਂਸ ਐਦਾਂ ਮਤਲਬ ਇੱਕ ਗਾਣੇ ਦੀ ਰਿਕਾਰਡਿੰਗ 20 ਦਿਨ ਚੱਲਦੀ ਸੀ ਤੇ ਅੱਜ ਫਲੂਟ ਵਾਲਾ ਬੁਲਾ ਲਿਆ ਅੱਜ ਗਿਟਾਰ ਵਾਲਾ ਬੁਲਾ ਲਿਆ ਪਰ ਹੁਣ ਸਿਸਟਮ ਚੇਂਜ ਹੋ ਗਿਆ ਹੁਣ ਸਾਰਾ ਕੁਝ ਲੈਪਟਾਪ ਤੇ ਆ ਗਿਆ ਤੇ ਮੈਨੂੰ ਲੱਗਦਾ ਵੀ ਮੈਂ ਜੇ ਬਣਾਉਣਾ ਚਾਹਾਂ ਤਾਂ 1 ਘੰਟੇ ਚ ਗਾਣਾ ਬਣਾ ਕੇ ਉਹ ਰਫ ਮਿਕਸ ਕਰ ਸਕਦਾ ਔਨ ਦਾ ਲੈਪ ਇੱਥੇ ਜਾ ਕੇ ਤੁਹਾਡੇ ਸਾਹਮਣੇ ਬਣਾਉਂਗਾ ਸੋ ਗਾਣਾ ਮੈਨੂੰ ਬਹੁਤ ਸੌਖਾ ਹੋ ਗਿਆ ਸਹਿਜ ਹੈ ਇਹ 25 ਤੱਕ ਦੀ ਮਿਲਣਾ ਵੀ ਮੈਂ ਤਾਂ ਰੋਜ਼ ਵੀ ਕਰ ਸਕਦਾ ਬਸ਼ਰਤੇ ਤੇ ਸੋਣ ਵਾਲਾ ਦੇ ਕੰਮ ਤੇ ਆਵੇ ਸੋ ਗਾਣਾ ਮੇਰੀ ਤਾਸੀਰ ਹੈ ਮੈਂ ਗੀਤ ਹੈ ਤੇ ਗੀਤ ਚ ਮੈਂ 25,000 ਵੀ ਹੋ ਜਾਣ ਤੇ ਸੌਣ ਵਾਲੇ ਬੈਠੇ ਹਨ ਹਾਂ ਗਾਣੇ ਦਾ ਸਿਲਸਿਲੇ ਦੀ ਕੋਈ ਪ੍ਰੋਬਲਮ ਹੈ ਤੁਸੀਂ ਪੰਜਾਬੀ ਗਾਇਕੀ ਜਿਹੜੀ ਦੇਖ ਰਹੇ ਹੋ ਕਿ ਤੁਸੀਂ ਬੋਲ ਰਹੇ ਹੋ ਕਿਉਂਕਿ 20-25 ਤਰ੍ਹਾਂ ਜਿਹੜੀਆਂ ਪਿਛਲੇ 30 ਸਾਲ ਤੋਂ ਚੱਲੀਆਂ ਨੇ ਕੰਪੋਜੀਸ਼ਨ ਦਾ ਰਵਾਜ ਪੰਜਾਬ ਵਿੱਚ ਕਦੇ ਵੀ ਨਹੀਂ ਸੀ ਜਦੋਂ ਮੈਂ ਗਾਉਣਾ ਸ਼ੁਰੂ ਕਰਿਆ ਤੇ ਜਦੋਂ ਪਹਿਲੀ ਕੈਸਟ ਮੈਂ ਕੰਪਨੀ ਨਾਲ ਕਰ ਗਿਆ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਮਿਊਜ਼ਿਕ ਕਰ ਲਵਾਂ ਆਪ ਹੀ ਉਹ ਕਹਿੰਦੇ ਨਹੀਂ ਸਾਡੇ ਜਿਹੜੇ ਡਾਇਰੈਕਟਰ ਪਰਮਾਨੈਂਟ ਰੱਖਿਆ ਹੋਇਆ ਮੈਂ ਕਿਹਾ ਓਕੇ ਜਦੋਂ ਮੈਂ ਪਹਿਲੀ ਕੈਸਟ ਦੇ ਗੀਤ ਲੈ ਕੇ ਗਿਆ ਤਾਂ ਮੈਂ ਮਿਊਜ਼ਿਕ ਡਾਇਰੈਕਟਰ ਨਾਲ ਦੇ ਨਾਲ ਉਦੋਂ ਡਿਜੀਟਲ ਸ਼ੁਰੂ ਹੋਇਆ ਸੀ ਕੰਪਿਊਟਰ ਜਿਹੜਾ ਮਿਊਜ਼ਿਕ ਦਾ ਪਹਿਲਾਂ ਅਕੋਸਟਿਕ ਹੁੰਦਾ ਸੀ ਤਾਂ ਉਹ ਮੈਂ ਕਿਹਾ ਮੈਂ ਪੇਪਰ ਦੇ ਨਾਲ ਲਿਖਦਾ ਮੈਂ ਮਿਊਜ਼ਿਕ ਡਾਇਰੈਕਟਰ ਨੂੰ ਕਿਹਾ ਕਿ ਤੁਸੀਂ ਦੀ ਕੰਪੋਜੀਸ਼ਨ ਕਰਾ ਲਓ ਉਹ ਕਹਿੰਦਾ ਕੰਪੋਜੀਸ਼ਨ ਦਾ ਆਪ ਬਣਾਉਣਾ ਹੁੰਦਾ ਅਸੀਂ ਬਣਾਉਂਦੇ ਤਾਂ ਬਸ ਹਰ ਜਗ੍ਹਾ ਤੇ ਫਿੱਟ ਕਰ ਦਿੰਦਾ ਸੋ ਬੇਸਿਕਲੀ ਪੰਜਾਬ 'ਚ ਸੰਗੀਤਕਾਰ ਦੇ ਨਾਂ ਤੇ ਵੀ ਧੱਕਾ ਹੀ ਹੋ ਰਿਹਾ ਪੰਜਾਬ 'ਚ ਸੰਗੀਤਕਾਰ ਤੁਸੀਂ ਬਾਲੀਵੁੱਡ ਦੀਆਂ ਜਦੋਂ ਗਾਣੇ ਸੁਣਦੇ ਹੋ ਤੁਹਾਨੂੰ ਕਦੇ ਲੱਗਿਆ ਕਿ ਫਲਾਣੀ ਦਾ ਫਲਾਣੀ ਨਾਲ ਮਿਲਦੀ ਹੈ ਕਦੇ ਸੋਚਿਆ ਨਹੀਂ ਮਿਲਦੀ ਕਰੋੜਾਂ ਲੱਖਾਂ ਦੀ ਗਿਣਤੀ 'ਚ ਗਾਣੇ ਆਉਂਦੇ ਸੋ ਪੰਜਾਬ ਦਾ ਬੇਸਿਕਲੀ ਤੁੱਕਾ ਲੱਗਾ ਗਾਉਣਾ ਹੈ ਨਾ ਇਹ ਕੰਪੋਜ਼ਰ ਹੈ ਨਾ ਇਹ ਰਾਈਟਰ ਹੈ ਨਾ ਇਹ ਕ੍ਰੀਏਟਿਵ ਲੋਕ ਹੈ ਇਹਨਾਂ ਵਰਗਾ ਦਾ ਤੁਹਾਡੇ ਚ ਕੋਈ ਵੀ ਗਾ ਕੇ ਸਿੱਖੇ ਬਾਤ ਕੋਈ ਸੋ ਤੁਸੀਂ ਖੇਤਾਂ 'ਚ ਮੇਰੇ ਪਿੰਡ ਦੇ ਆ ਜਾਓ ਨਾਰਮਲੀ ਤੁਸੀਂ ਮੋਟਰ ਤੇ ਗਰਮੀ ਦੇ ਮਹੀਨੇ ਜਦੋਂ ਜੀ ਲਾਉਣੇ ਨੱਕੇ ਸ਼ਬਦ ਦੇ ਆਪ ਮੁੰਡੇ ਦੀ ਹੇਕਾ ਸੁਣ ਸਕਦੇ ਹੋ ਜਿਹੜੇ 90% ਤੋਂ ਬੈਟਰ ਹੋਣਗੇ ਸੋ ਇਸ ਕਰਕੇ ਪੰਜਾਬ ਦੇ ਗਾਇਕਾਂ ਨੂੰ ਤੁਸੀਂ ਇਹਨਾਂ ਸੀਰੀਅਸ ਨਾ ਲਓ ਇਹ ਤਾਂ ਆਪਣੀ ਰੋਜ਼ੀ ਰੋਟੀ ਲੈਣਾ ਦੇ ਆਰ ਨਾਟ ਮੈਂਟ ਫॉर ਸਿੰਗਿੰਗ ਇਹਦੇ ਲਈ ਬਣੇ ਨੇ ਸੋ ਕੰਪੋਜੀਸ਼ਨ ਦਾ ਰਵਾਜ ਹੀ ਨਹੀਂ ਸੀ ਇਸ ਕਰਕੇ ਸ਼ਾਇਦ ਤੁਹਾਡੇ ਕੰਨ ਆਮ ਗੀਤਾਂ ਤੋਂ ਬੋਲ ਰਹੇ ਤੁਸੀਂ ਪੀਟੀਸੀ ਜਾਂ ਕੋਈ ਵੀ ਚੈਨਲ ਦੇਖਦੇ ਹੋ ਕਦੇ ਅੱਖਾਂ ਵਿੱਚ ਕੇ ਧਿਆਨ ਨਾਲ ਸੁਣੋ ਇੱਕੋ ਗੀਤ ਵਰਗੇ ਢੋਲ ਸਾਰੇ ਚ ਵੱਜਦੇ ਹੋਵੇ ਕਿਉਂਕਿ ਉਹ ਲੂਪ ਆਉਣਾ ਹੈ ਉਹ ਲੂਪ ਬੇਸ ਹੋ ਜਾਂਦਾ ਕੋਈ ਐਫਰਟ ਨਹੀਂ ਕਰਦੇ ਉਹ ਥੋੜਾ ਜਿਹਾ ਚੇਂਜ ਕਰਦੇ ਸੋ टीवी पे गाना नॉन स्टॉप चलता है कैरेक्टर बदल जाता है एक सिंगर होता है फिर वो चले जाता है फिर दूसरा होता है फिर तीसरा सो इस करके जब मैं गाना शुरू किया मेरे दिमाग से क्लियर सी कि कंपोजिशन बेटर होनी चाहिए तो मैंने डिफरेंट वो तो बाद गीत का रास्ता होगा शायद ये भजन फिर लोग प्यार करेंगे रेडी बैठे अपनी घरवाली को देख के भी नहीं बनी थी मां जिंदगी चो एक और मां नहीं कि थानू मिलना है पर कदे सोचा नहीं कि परमात्मा ने मेरे जाके मिलवाऊंगी थानू ते ये मेरे विचार जी ते सवाल ये है मान साहब कि तुसी एक गीत नहीं ते संदेश भेजे थी जी सिੱਖੀ कौम ਲਈ कि पवन गुरु पानी पिता माता दर्श मां ਇਹ ਮਾਰੇ ਦੀ ਬਾਣੀ ਹੈ दिवस रात ਅੱਗੇ ਤੋਂ ਅੱਗੇ ਆਪ ਦੇ ਬੋਲਣ ਤੁਸੀਂ ਕਹਿੰਦੇ ਜੀ ਤੈਨੂੰ ਹੋਰ ਕਿਸੇ ਡੇਰੇ ਜਾਣ ਦੀ ਲੋੜ ਕੀ ਹੈ ਤੇ ਮਾਨ ਸਾਹਿਬ ਮੈਂ ਜਾਨਣਾ ਚਾਹੁੰਦਾ ਜੀ ਇਹ ਚੀਜ਼ ਹਜੇ ਵੀ ਕੰਟੀਨਿਊ ਹੋ ਰਹੀ ਹੈ ਤੇ ਹੋਰ ਵੀ ਜ਼ਿਆਦਾ ਤਦਾਦ ਚ ਹੋ ਰਹੀ ਹੈ ਤੇ ਨਵੇਂ ਡੇਰੇ ਹੋਰ ਬਣ ਰਹੇ ਜੀ ਹਰ ਰੋਜ਼ ਦਿਨ ਤੇ ਰਾਤ ਦੇਖੋ ਫਿਊਚਰ ਦੀ ਕੋਈ ਡੇਰਾ ਰਹੇਗਾ ਹੁਣ ਦਾ ਫਿਊਚਰ ਦਾ ਡੇਰਾ ਫੇਸਬੁੱਕ 10 ਸਾਲਾਂ ਬਾਅਦ ਕੋਈ ਨਹੀਂ ਲੱਭਣਾ ਸਭ ਆਪਣੇ ਉੱਤੇ ਚੱਲ ਜਾਣਗੇ ਫੇਸਬੁੱਕ ਵੱਡਾ ਡੇਰਾ ਸਭ ਪਰ ਮਾਨ ਸਾਹਿਬ ਉਹ ਸਾਡੇ ਦਿਲ ਦੇ ਲਈ ਸਾਡੇ ਦੇਖੋ ਦੋ ਚੀਜ਼ਾਂ ਬੜੀ ਛੋਟੀ ਜਿਹੀ ਤੁਹਾਨੂੰ ਮੈਂ ਸਾਲ ਦਾ ਪੂਰੀ ਦੁਨੀਆ ਦੀ ਤੁਸੀਂ ਹਿਸਟਰੀ ਪੜ੍ਹੋਗੇ ਤੁਹਾਨੂੰ
ਤੁਸੀਂ ਗ੍ਰੀਕ ਦੀ ਪੜ੍ਹ ਲਓ, ਤੁਸੀਂ ਰੋਮ ਦੀ ਪੜ੍ਹੋਗੇ, ਤੁਸੀਂ ਬੈਬੀਲੋਨ ਦੀ, ਮੈਸੋਪੋਟਾਮੀਆ, ਜਿਹੜੀ ਮਰਜ਼ੀ ਹਿਸਟਰੀ ਪੜ੍ਹੋਗੇ, ਜਿਸ ਤਰ੍ਹਾਂ ਦੀ ਹਿਸਟਰੀ ਸਾਡੇ ਮੁਲਕ ਦੀ ਹੈ ਤਕਰੀਬਨ ਮੈਚ ਕਰਕੇ ਮਿਲੂਗੀ। ਫਰਕ ਕੀ ਹੈ ਕਿ ਪੂਰੀ ਦੁਨੀਆ ਨੇ ਗਿਆਨ ਦੇ ਨਾਲ ਵਿਗਿਆਨ ਸ਼ੁਰੂ ਕਰਤਾ, ਅਸੀਂ ਗਿਆਨ ਤੇ ਬੈਠੇ, ਬਸ ਇਹ ਹੀ ਵਜ੍ਹਾ ਹੈ क्योंकि इंसान बिना काम करे पैसे कमाना चाहता है। उनकी दिमागी संतुष्टि के सामने बैठ के बंदा कहता है कि बस सब सेट हो गया, वो इससे फजूल काम तो आप ही कर लेता है, बट वो वह हो जाता है कि सामने वाले ने कहा सी, वो कहता देखिए फिर तेन कहा सी कि नहीं हो गया कि नहीं काम। मसलन तुसी किसी पंडित को जाओ, तुसी उन्होंने कहो यार मैं ट्रक पाना पैसे का जुगाड़ नहीं, वो कहो अच्छा कल तक तेरा मन करता, वो बंदा कहेगा मैं दिसंबर से सोचना, अच्छा उन्होंने कुछ तो तोते गए, वो कहता कि मैं तेरा दावा करता भी तय नवंबर दिसंबर तो पहले अक्टूबर अखीर तक ट्रक ले ही लेना, बंदा उसके एफर्ट शुरू कर देता, वो ट्रक ले लेता, उसकी दुकान चल गई। सो पूरी दुनिया ने ज्ञान देना विज्ञान शुरू कर दिया। असं कितने अकृत करना है कि सारी जिंदगी आप निजी जिंदगी जी साइंस तो बिना जी नहीं सकते, बट असं साइंस का शुक्रिया कदम नहीं करें। ये युग होने हैं, पत्थर युग हो गया, तांबा युग हो गया, फिर लोहा युग हो गया, फिर भागती युग हो गया, ये जो युग है साइंस का युग है। जी नवी जनरेशन ऑफ साइंस आ चुकी है, शायद बहुत रूढ़ीवादी लोगों को विचार बदलने पैणगे। सो वक्त नाल सारा कुछ थोड़े इत्थे वर्गे होना। तुसीं चंडीगढ़ देखो, चंडीगढ़ तक कोई डेरा नहीं मिलता, पिंडां च मिलणगे। सो चंडीगढ़ जनरेशन बदल गई, दिल्ली बदल गई, हौली हौली लोग चेंज। ठीक है सारा दिन सड़क ही रहने भाई तो ਜਦੋਂ ਮੈਂ ਇੱਥੇ ਆਉਣਾ ਸੀ ਨਿਊਜ਼ੀਲੈਂਡ ਤੋਂ ਮੈਂ ਆਉਂਦਾ ਹੋਇਆ ਮਿਲ ਕੇ ਆਈ ਸੀ ਫੋਟੋ ਹੋ ਗਈ ਸੀ ਹਾਂਜੀ ਉੱਥੇ ਹੋ ਗਈ ਫੇਸਬੁੱਕ ਤੇ ਆਈ ਤੇ ਭਾਈ ਮੈਂ ਇੱਕ ਕੁਐਸਚਨ ਕਰ ਰਿਹਾ ਸੀਗਾ ਮੈਂ ਪੁੱਛਣਾ ਸੀ ਵੀ ਤੁਹਾਡਾ ਸ਼ੌਕੜ ਪੁੱਛਣਾ ਸੀ ਕਿੱਥੋਂ ਤੁਸੀਂ ਇੰਨੇ ਗੱਲਾਂ ਨਹੀਂ ਕਰਦਾ ਮੈਂ ਠੀਕ ਹੈ ਪਿੰਡ ਮੇਰਾ ਖੱਟਾ ਸੜਕ ਤੇ ਹੈ ਪਿੰਡ ਜਾ ਕੇ ਪੁੱਛਿਆ ਜਿਹਦਾ ਅਤੀਤ ਮਾੜਾ ਹੁੰਦਾ ਉਹ ਪਿੰਡ ਨਹੀਂ ਦੱਸ ਸਕਦੇ ਆਪਾਂ ਕੋ ਫਰਾਡ ਨਹੀਂ ਕਰਿਆ ਹੁੰਦਾ ਜੀ ਨਾ ਸੋ ਪਿੰਡ ਜਾ ਕੇ ਦੱਸ ਦੇ ਤੇ ਇੱਕ ਕੁਐਸਚਨ ਹੋਰ ਸੀ ਭਾਈ ਕੱਟੇ ਲਾਸਟ ਈਅਰ ਵੀ ਆਪਾਂ ਗਾਣੇ ਤਾਂ ਸੁਣਦੇ ਆ ਕੈਨੇਡਾ ਸਾਰੇ ਆਪਾਂ ਸੁਣਦੇ ਕੋਈ ਹੋਈ ਹੈ ਲਾਸਟ ਕੁਐਸਚਨ ਇਹ ਹੈ ਜਿੱਦੇ ਵੀ ਮੇਰੀ ਡੈਥ ਹੋਈ ਸੀ ਮੈਂ ਘਰ ਤੋਂ ਗਿਆ ਤੁਹਾਡਾ ਗਾਣਾ ਲੱਗ जल्दी तू जवान होता जिंदगी जोड़ दे रही है कुछ मजाक हो रही है ये जिंदगी बहुत है ये बहुत मारा है ਇੱਕ ਭਾਈ ਜੀ ਕੁਐਸਚਨ ਦੱਸਦੇ ਸੀ ਗਾਈ ਮੈਂ ਸੋਚਦਾ ਹੁੰਦਾ ਸੀ ਕਿ ਤੇ ਬੱਬੂਮਾਨ ਭਾਈ ਜੀ ਨੂੰ ਵੀ ਕੌਣ ਬੁਲਾਊਗਾ ਸਭ ਤੋਂ ਵੱਡਾ ਥੈਂਕਸ ਸੀ ਪਾਲ ਭਾਈ ਜੀ ਦਾ ਜੀ ਸਭ ਤੋਂ ਬਹੁਤ ਵੱਡਾ ਸੱਚੀ ਗੱਲ ਸੁਣਨ ਤੋਂ ਪਹਿਲਾਂ ਮੈਂ ਇਹ ਪੁੱਛਣਾ ਸੀ ਵਿਆਹ ਵੀ ਨਹੀਂ ਕਰਾਉਣਾ ਇੰਨੇ ਮੈਂ ਨਹੀਂ ਕਰਦਾ ਪਰਸਨਲ ਲੱਗਦਾ ਬਾਅਦ ਮੈਨੂੰ ਪਤਾ ਹੈ ਇਹ ਜਵਾਬ ਹੈ ਨਹੀਂਗਾ ਚਲੋ ਐਨੀਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਆਏ ਇੱਥੇ ਸਾਰੇ ਗੈਸਟ ਤੇ ਸਭ ਨਾਲੋਂ ਥੈਂਕਸ ਅ ਲੋਟ ਟੂ ਪਾਲ ਭਾਜੀ ਜਿਨ੍ਹਾਂ ਨੇ ਬੱਬੂ ਮਾਨ ਜੀ ਨੂੰ ਇੱਥੇ ਬੁਲਾਇਆ ਬਹੁਤ ਚਿਰ ਬਾਅਦ ਆਏ ਬੱਬੂ ਮਾਨ ਸਾਹਿਬ ਸੋ ਸਾਰਿਆਂ ਦੇ ਦਿਲਾਂ 'ਚ ਇੱਕ ਵੱਖਰੀ ਰਿਸਪੈਕਟ ਹੈ ਇਹਨਾਂ ਦੇ ਲਈ ਤੇ ਕੁਝ ਅਲੱਗ ਹੀ ਤਰ੍ਹਾਂ ਦੇ ਸਿੰਗਰ ਨੇ ਇਹ ਤੇ ਬਹੁਤ ਸਾਰੀਆਂ ਗੱਲਾਂ ਕਹਿਣ ਨੂੰ ਬਟ ਥੈਂਕਸ ਅ ਲੋਟ ਟੂ ਪਾਲ ਭਾਜੀ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਇੱਥੇ ਆਉਣ ਲਈ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਆਏ ਤੇ ਮੈਨੂੰ ਜਿਹੜੀ ਤੁਸੀਂ ਪੁਲਿਸ ਪੰਜਾਬ ਪੁਲਿਸ ਦੇ ਉੱਤੇ ਇੱਕ ਮੂਵੀ ਕੱਢੀ ਸੀ ਇੰਨੀ ਮਾੜੀ ਨਹੀਂ ਹੁੰਦੀ ਪੁਲਿਸ ਪੰਜਾਬ ਜਦੋਂ ਵੀ ਗਾਣਾ ਸੀਗਾ ਤਾਂ ਰੀਅਲੀ ਐਪਰੀਸ਼ੀਏਟ ਦੈਟ ਵਰਕ ਕਿਉਂਕਿ ਸਾਰੇ ਆਪਣੇ ਪੰਜਾਬੀਆਂ ਦੇ ਦਿਲਾਂ 'ਚ ਇੱਦਾਂ ਵਸਿਆ ਮੇਰੇ ਡੈਡ ਇੱਕ ਪੁਲਿਸ 'ਚ ਨੇ ਹੀ ਇਜ਼ ਐਨ ASI ਆਫਿਸਰ ਤੇ ਉਹ ਸਾਰੇ ਲੱਗਦਾ ਵੀ ਇੱਕ ਇਮੇਜ ਬਣੀ ਹੋਈ ਹੈ ਆਪਣੀ ਪੰਜਾਬ ਪੁਲਿਸ ਦੀ ਤੇ ਮੈਂ ਤੁਹਾਡੀ ਜਦੋਂ ਮੂਵੀ ਦੇਖੀ ਤਾਂ ਤੁਹਾਡੇ ਲਈ ਰਿਸਪੈਕਟ ਤਾਂ ਸੀਗੀ ਉਹ ਮੂਵੀ ਤੋਂ ਬਾਅਦ ਹੋਰ ਜ਼ਿਆਦਾ ਬਣ ਗਈ ਇਹ ਨਹੀਂ ਕਿ ਮੇਰੇ ਡੈਡ ਨੇ ਬਟ ਸਟਿਲ ਲਾਈਕ ਸਾਰੇ ਬੰਦੇ ਤਾਂ ਸੋਚਦੇ ਆ ਤਾਂ ਤੁਸੀਂ ਉਸ ਚੀਜ਼ ਨੂੰ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਦਿਖਾਇਆ ਤੁਸੀਂ ਸੋ that was really good and I appreciate that but thanks for coming here anyway ਅਸੀਂ ਬਾਕੀ ਸ਼ਨੀਵਾਰ ਨੂੰ ਮਿਲਦੇ ਭੰਗੜੇ ਪਾਵਾਂਗੇ ਉੱਤੇ
ਗੰਦ ਨਹੀਂ ਪਾਉਣਾ, ਭੰਗੜਾ ਪਾਉਣਾ। थोड़ी था बना दो वैसे तो किसी ने वो नहीं करना वैसे नचना मैं कहता नचा नहीं भाई पर नचना उस दिन पीछे पीछे हाँ पीछे नहीं लगी ਪੰਜਾਬੀ ਸਾਡੀ ਕਮਿਊਨਿਟੀ ਦੀ ਥੋੜੀ ਜਿਹੀ ਪ੍ਰੋਬਲਮ ਹੈ ਕਿ ਆਪਾਂ ਸਾਰੇ ਕੰਮ ਜਦੋਂ ਕਰਦੇ ਆ, ਮਸਲਨ ਜਿੱਦਾਂ ਮਕਾਨ ਬਣਾਉਂਦੇ ਆ, ਬਾਹਰ ਝਾਲਰ ਲਾਉਣੇ, ਅੰਦਰ ਸੋਫਾ ਹੁੰਦਾ ਨੇ, ਕਈ ਸਾਨੂੰ ਚਾਦਰਾਂ ਨਹੀਂ ਪਛਾਣ ਹੁੰਦੀਆਂ, ਟੁੱਟੇ ਕੁਰਸੀ ਐਦਾਂ ਹੀ ਭੰਗੜਾ ਪਿੱਛੇ ਨਹੀਂ ਪਾਉਣਾ, ਮੂਹਰੇ ਆ ਕੇ ਪਾਉਣਾ। ਸੋ ਇਸ ਤਰ੍ਹਾਂ ਦੀ ਜੇ ਪ੍ਰਵਿਰਤੀ ਨਹੀਂ ਤਾਂ ਜ਼ਰੂਰ ਨੱਚ ਸਕਦੇ ਹੋ। कुछ करांगे नहीं भाई बस सो बड़ा फैमिली आने वाले जिन्हें भी देखने पीछे बच्चों जे क्रूज पाने का शौक है, पहली 2 पग और बाद लग करे सामने। हाँ जी कर सकते आज पहली बारी अपने इलाके दे बोली तो सुनने को मिलना कई लंबे पिछों रोपड़ डिस्ट्रिक्ट बोलती है। हाँ जी सो सब तो वधिया मैसेज जेड़ा प्रभु दा मैसेज मिला वो ही है जेड़ा कि दिल नूं छू गया भई जां उधर ते जां इधर विच विचारे दा कोई नहीं। सो मैं भी यही मैसेज दे विच काफी चेर कई दुश्मनियां पालियां ने ते यार वही जेड़ा साथ निभावे जे नहीं चंगा लगदा तां दुश्मन समाप्त तो मुंडा बहुत ला रहा है सोबल हाँ जी कसर है सत श्री अकाल सत श्री अकाल की आती है भाई कोई चिंता ना करे भाई जे कोई लल्ली चली बोलती है ना देखो जेड़ा बंदा चिंता करता होता है वो कदे भी वो चीज नहीं जाऊगा जेड़ी वक्त को समझ ना आए। मैं तो 2000 आगरे होर सियासतदान थोड़ी पार्टी है गला करने को गया जेड़ियां जट मर गया जट को कर्जा चढ़ गया ते उदों जट के जो पीडीसी वाला तो बुलान ले उदों किथे सी उदों पेपर पहले सी नहीं। सो मैं तो उदों पाया सी जट दी जरूर ये जेड़ा दर्द है जदों देखो सत्ता बड़ा क्लियर एक पेशा है ये वोटां च मैनूं भी बहुत लोग मिलदे सी तुसीं किहड़ी पार्टी मैं न्यूट्रल बंदा सत्ता बनदी है एक अकाली है एक कांग्रेस है एक आप है बसपा है एक बीजेपी है एक 5-6 बन गए एक तिरसा में मैं तरीके दा हो गया पंजाबी देखो मान लो आप कई बार हर बंदे की आस्था है आस्था जो घर च है उदों धरना जो बाहर निकलोगे आपकी आस्था किसी दोनों में फिर दंगे होंगे 8 करोड़ पंजाबी पाकिस्तान रह गए 2 करोड़ इधर उन्होंने धर्म हो रहा साडा हो रहा धर्म ने अलग अलग करके बट भाषा एक हो सो मां बोली इस करके कह जाते ओके मैं तो पिछली सरकार ने की गया थी मंडियां से चैट रोना जो दिल कर रहा है मैं तो सियासी स्टेज में रहेगी इस तरह के मैं डरना है जिन्हें भगवान सोने को हाँ जी कौन से बजे जरूरी नहीं है पता ही करो थोड़ी गाने सुन के दूसरी ट्रैक पे ला के अपने बनाएगा जो शिवाज का सुनना जी नहीं ये गाने बहुत खाते ना साडे हमारे का पर आज ਜਿਹੜੀ ਤੁਸੀਂ ਸੋਚ ਦੇਖੀ ਨਾ मैंने फैन करना आ भाई तक के ना बुलाए थे नहीं बने पता ही केवल जेड़ा पोलियो का टीका दे लागे गलती ना बंदा तंदुरुस्त हो बुद्धि कम कर रही है जे ਤੁਹਾਨੂੰ ਸ਼ਬਦ ਦੀ ਸਮਝ ਹੈ ਫਿਰ ਤੁਸੀਂ ਗਾਣੇ ਦੇ ਫੈਨ ਹੋਵੋਗੇ ਜੇ ਤੁਹਾਨੂੰ ਸ਼ਬਦ ਨਹੀਂ ਪਤਾ ਕਿ ਸ਼ਬਦ ਕੀ ਹੈ ਇਹਦਾ ਮਤਲਬ ਕੀ ਹੈ ਇਹਦੀ ਕੰਪੋਜੀਸ਼ਨ ਕੀ ਹੈ ਫਿਰ ਤੁਸੀਂ ਕਦੇ ਵੀ ਗੀਤ ਫਿਰ ਤੁਸੀਂ ਮਿਊਜ਼ੀਕਲ ਮਾਈਂਡ ਨਹੀਂ ਹੈ ਕਿ ਫਿਰ ਤੁਸੀਂ ਨਾਰਮਲੀ ਸੁਣਦੇ ਹੋ ਗੀਤ ਹੋ ਕੇ ਲੱਗਦਾ ਹੈ
बट जब थोड़ा दिमाग संगीत हो जाता है फिर थोड़ा अच्छा सा फर्क पता लगता है। दिमाग का संगीत का है ही नहीं। हाँ बस ये कहता सी क्योंकि मान साहब मुझे लगता है कि हम सारा वैसे तसल्ली होगी होनी है, बाकी तसल्ली अपने कमरान पूरी करेंगे। तो मैं आज पाल भाजी को कहना चाहूँगा कि वो सारा जी एम कहते हैं, तो नाल शुक्रिया अदा करते हैं इमाम साहब का। शुक्रिया जी। सब तो पहला बहुत शौक आया तुहानू पता बाल प्रोडक्शन के बैनर थले। सब तो पहला जी शुक्रिया अदा करो साडे वीर हरप्रीत जी, प्लीज इधर हरप्रीत जिन्होंने इस टूर को शुरू किया। सो जोरदार तालियां इस सैडली है कि मान साहब का सारा ग्यारह शुक्रिया 6 साल आए साडे कोल। सो ये जरा सारा जो आप किसी प्रोग्राम को लिखते हैं या शुरू करते हैं वो काफी वड्डियां पै जांदियां ते वो वड्डियां तुहाडे हिस्से लईआं। किसी ने ना स्पॉन्सरशिप या फिर मीडिया ने रल के ये जरा टैकल चुकिया। सो तुहानू मैं एक रिक्वेस्ट करना, जोरदार तालियां मान साहब दे लिए प्लीज। थैंक यू वेरी मच। तो मैं अपने को सामने तौर पर सारे बतौर सज्जन कमलेश बख्शी पब्लिसिटी होर जितने सारे मीडिया पार्टनर, हाँ जी हरमन जी शुक्रिया जी। और एक जो वधिया प्लेटफॉर्म कह सकते जहाँ सानू एक छत दी इतने बैठने वास्ते, ये मैं शुक्रिया जरूर करूँगा द ग्रैंड हवेली पूरे स्टाफ की ते पूरे मैनेजमेंट की। और आज ये पहली बार एक चीज और शेयर करना चाहूँगा, सानू किसी भी आर्टिस्ट ने कभी इतना टाइम नहीं दिता जितना बब्बू मान जी ने दिया। तो शुक्रिया लवली ऑडियंस से साडे जो गैदरिंग जिन्नी हुई है पाल प्रोडक्शन की पूरी टीम वालों मैं सारे स्पॉन्सर का सारे वीर जी शेखो साहब विक्टर जी जिन्हें साडा जीतू भाई जी होने थे। सो सारे का साझे तौर पे नाम सारे प्रमोटर भाई जयबाट प्रबंधक जी सारे का शुक्रिया जी। जिन्हें भी अगर किसी भी शान के खिलाफ कोई लॉस है प्लीज वो माफी जा सकन। तो आप सैटरडे महफिल होनी है ते मैं बेनती करूंगा जरूर पहुंचूंगा के पहुंचो। ते एक गल मान साहब ने किसी प्रमोटर गलती ने टिकट वेगी है, मैं उन्होंने कहना जी टिकट वेगी है कि मेरे को जड़ियां फ्री मंगदे हैं। सो जेडे मेरे प्यार है कि टिकट चाहिए है तो मैं उन्हें जरूर कहना जी टिकट वेगो। सो एक कुंडी है अपने को चीज आपके। सो एक बार फिर शुक्रिया सर, थैंक यू।